बंदन पद पंकज बंदन सिमरो अंगद दोख निकंदन अमरदास गुर हृदय आओ आओ श्री गुरु रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत प्रकाशिक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोविंद सिंह विशाला तरौ तरा तार पुन पुन शीस जी पुन पुन शीस बंदो बार बार जगदीश जिसमें अमृत ज्ञान है मानस भगत वैराग श्री गुरु ग्रंथ साहिब उदद बंदो कर अनुराग एक ओंकारा सतगुरु तिह प्रसाद सच होए वाहिगुरु जी की फतेह विघ्न विनाशन वाहिगुरु जी की फतेह विघ्न विनाशन सोए दोहरा सगरी निस्मै सिख मिले शब्द अनेक विद गाए ताल मृदंग रबाब ते सतगुरु भले रिजाए परम सन्मान योग चवर छत्र तखत दे मालिक ज़ाहरा ज़हूर हाज़र हजूर सर्व कला भरपूर सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर उपस्थित होए गुरु सवारे गुरु प्यारे सत्संगी जनों आओ महाराज जी की बख्शिश कृपा नाल संध्या वेले दे पावन पवित्र दीवाना की प्रारंभता करिए गुरु इतिहास की लड़ीवार कथा विचार जो सतगुरु गुरु तेग बहादुर महाराज जी के पावन पवित्र स्थानों से रोज़ाना होंदी है आप संगत सरवण करते हो चलती आ रही लड़ी तै थोड़ा जिहा समा महाराज जी के जीवन वृतांतां नाल जुड़न का आपां यतन करते हाँ आओ सब तो पहला गुरुदेव पिता तो आग्ञा लईए रसना पवित्र करिए गुरफतेह नाल सांझ पाउणी फतेह प्रवाना जी वाहिगुरू जी का खालसा वाहिगुरू जी की फतेह कल दियां दीवाना अंदर जिथे संपन्नता हुई सतगुरु श्री गुरु गोबिंद सिंह साहब जी महाराज परिवार सहित पटना साहब की धरती तो चल करके काशी देश विखे पुजे हैं 3 दिन का समा महाराज जियां ने इस नगर दे विच गुजारिया उस तो उपरंत काशी शहर दे विच ते फिर इस तो बाद महाराज अगे चाले करते हैं सो इधर पंजाब देश नूं महाराज आ रहे हैं तो बेअंत सिख संगतां रास्तियां दे अंदर महाराज जी के दर्शन पाउण दे लई महाराज जी के पास आउंदियां हन दीदार हुंदे हन असीसां लै करके संगत वापस अपने नगरां अंदर मुड़ जाती है तो गुरु गोबिंद राय साहब जी महाराज अपने सफ़र ते अगे चल पैंदे हैं सो इस विध महाराज सच्चे पातशाह जी जिस वक्त काशी तो चलना है उस पूरी रात गुरुदेव के दर्शन करन दे लई बहुत सारिया संगतां दा इकट्ठ होया दूर देश तो संगतां आईयां
ਤੇ ਆਪਣੇ ਆਪਣੇ ਹੱਥ ਵਿੱਚ ਕਈ ਤਰ੍ਹਾਂ ਦੇ ਸਾਜ਼, ਮ੍ਰਿਦੰਗ, ਤਾਲ ਆਦਿਕ ਲੈ ਕਰਕੇ ਮਹਾਰਾਜ ਜੀ ਕੀ ਬਾਣੀ ਦੇ ਸ਼ਬਦ ਗਾਉਂਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤੇ ਹਨ। ਮਹਾਰਾਜ ਕੇ ਚਰਨਾਂ ਅੰਦਰ ਅਰਦਾਸਾਂ ਕਰ ਰਹੇ ਹਨ ਤੇ ਬੇਅੰਤ ਪ੍ਰਸੰਨ ਹੋ ਰਹੇ ਹਨ ਜੀ। ਸਾਗਰੀ ਨਿਸਮੈ ਸਿੱਖ ਮਿਲੇ, ਸ਼ਬਦ ਅਨੇਕ ਬਿਦ ਗਾਏ। ਤਾਲ ਮਿਰਦੰਗ ਰਬਾਬ ਤੇ ਸਤਿਗੁਰ ਭਲੇ ਰਿਜਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਾਣੀ ਗਾ ਕਰਕੇ ਮ੍ਰਿਦੰਗ ਰਬਾਬ ਆਦਿਕ ਦੇ ਨਾਲ ਕੀਰਤਨ ਕਰਕੇ ਮਹਾਰਾਜ ਜੀ ਨੂੰ ਸੰਗਤ ਨੇ ਪ੍ਰਸੰਨ ਕੀਤਾ ਹੈ। ਚੌਪਈ ਪ੍ਰਾਤ ਭਈ ਗੁਰ ਕੀਨੇ ਸਨਾਨੇ। ਫਿਰ ਜਿਵੇਂ ਹੀ ਪ੍ਰਭਾਤ ਹੋਈ, ਦਿਨ ਚੜ੍ਹਿਆ, ਮਹਾਰਾਜ ਜੀਆਂ ਨੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕੀਤਾ ਹੈ। ਸਿੱਖਿਆਨ ਚਰਨ ਪਖਾਰਨ ਠਾਨੇ। ਤੇ ਜਿਤਨੇ ਵੀ ਪਿਆਰ ਵਾਲੇ ਸਿੱਖ ਮਹਾਰਾਜ ਜੀ ਕੀ ਸੇਵਾ ਵਿੱਚ ਹਨ, ਮਹਾਰਾਜ ਕੀ ਹਜ਼ੂਰੀ ਅੰਦਰ ਹਾਜ਼ਰ ਹੋ ਕਰਕੇ ਸੇਵਾ ਕਰਦੇ ਹਨ। ਮਹਾਰਾਜ ਜੀ ਕੀ ਸੇਵਾ, ਗੁਰੂ ਕੇ ਚਰਨ ਪਖਾਰਨੇ, ਇਸ਼ਨਾਨ ਪਾਨ ਆਦਿ ਕਰਵਾਉਣਾ, ਇਸ ਵਿਧ ਸੇਵਾ ਵਿੱਚ ਹਾਜ਼ਰ ਹਨ। ਚਰਨੋ ਦਕ ਲੈ ਨਿਜ ਨਿਜ ਤਾਮੂ। ਤੇ ਜਿਤਨੇ ਵੀ ਸਿੱਖ ਆਏ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਸਭ ਨੂੰ ਆਸੀਸਾਂ ਬਖਸ਼ੀਆਂ ਹਨ, ਚਰਨਾ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਜਿਤਨੇ ਜਗਿਆਸੂ ਪਿਆਰ ਵਾਲੇ ਸਿੱਖ ਸਨ ਨਾ, ਮਹਾਰਾਜ ਜੀ ਕੇ ਸੰਗ ਜੁੜਨ ਵਾਲੇ, ਚਰਨ ਪਹੁਲ ਜੋ ਕਿ ਖੰਡੇ ਦੀ ਪਹੁਲ ਤੋਂ ਪਹਿਲੇ ਦੀ ਮਰਿਆਦਾ ਹੈ, ਮਹਾਰਾਜ ਜੀਆਂ ਨੇ ਚਰਨ ਪਹੁਲ ਦੀ ਦਾਤ ਬਖਸ਼ੀ ਹੈ। ਪਾਨ ਕਰੋ ਲੈ ਸ੍ਰੀ ਪ੍ਰਭ ਨਾਮੂ। ਤੇ ਮਹਾਰਾਜ ਨੇ ਬਾਤ ਕਹੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ ਹੈ ਤੇ ਆਪ ਜੀਆਂ ਨੇ ਚਰਨ ਪਹੁਲ ਲਈ ਹੈ। ਇਸ ਲਈ ਗੁਰੂ ਕੇ ਸਿੱਖ ਹੋ, ਗੁਰੂ ਦੇ ਦਰਸਾਏ ਹੋਏ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਜੀ। ਸਭ ਥਲ ਮੈਂ ਚਿਰਕਾਵਨ ਕਰਿਓ। ਤੇ ਮਹਾਰਾਜ ਜੀਆਂ ਨੇ ਉਹ ਜਿਹੜਾ ਜਲ ਹੈ ਫਿਰ ਉਹ ਸਾਰੇ ਥਾਵਾਂ ਤੇ ਛਿੜਕਣ ਦੇ ਹੁਕਮ ਵੀ ਕੀਤੇ ਹਨ। ਸਹਿਤ ਕੁੰਡਬ ਸਿੱਖ ਗਨ ਤਰਿਓ। ਸਹਿਤ ਕੁਟੰਬ ਜਿਤਨੇ ਵੀ ਸਿੱਖ ਆਏ ਸਨ ਪਰਿਵਾਰ ਸਹਿਤ, ਸਭ ਕਿਸੇ ਨੇ ਮਹਾਰਾਜ ਜੀ ਕੇ ਚਰਨਾਂ ਅੰਦਰ ਨਮਸਕਾਰ ਕਰਕੇ ਆਸ਼ੀਸ ਲੈ ਕਰਕੇ ਵਾਪਸੀ ਲਈ ਤਿਆਰੀ ਕੀਤੀ ਅਤੇ ਬਹੁਤ ਪ੍ਰਸੰਨ ਹਨ। ਵਾਹਨ ਹੋਏ ਤਿਆਰ ਡਿਗ ਆਏ। ਇਧਰ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਅਗਲੇ ਸਫ਼ਰ ਲਈ ਆਪ ਰਵਾਨਾ ਹੋ ਰਹੇ ਹਨ, ਜੋ ਕਿ ਕਾਸ਼ੀ ਦੇਸ਼ ਤੋਂ ਨਿਕਲ ਕਰਕੇ ਅਯੋਧਿਆ, ਹਰਿਦੁਆਰ ਆਦਿਕ ਹੋਰ ਦੇਸ਼ਾਂ ਵਿੱਚ ਵੀ ਜਾਣਾ ਹੈ। ਉਸ ਤੋਂ ਬਾਅਦ ਇਧਰ ਪੰਜਾਬ ਦੇਸ਼। ਸੋ ਇਸ ਵਿੱਚ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਵੀ ਜਿਹੜੇ ਵਾਹਨ ਹਨ, ਪਾਲਕੀ, ਘੋੜੇ ਆਦਿ ਕੋ ਤਿਆਰ ਕਰਵਾਏ ਹਨ। ਦੈ ਧੀਰਜ ਸਭਨ ਇਕਸਾਰ। ਮਹਾਰਾਜ ਜੀਆਂ ਨੇ ਸੰਗਤ ਅੰਦਰ ਬੈਠ ਕਰਕੇ ਸਾਰੀ ਸੰਗਤ ਨੂੰ ਇੱਕ ਸਾਰ ਧੀਰਜ ਦੀ ਦਾਤ ਬਖਸ਼ੀ ਹੈ। ਜਿਵੇਂ ਮਹਾਰਾਜ ਚੱਲਣ ਤੋਂ ਪਹਿਲੇ ਉਪਦੇਸ਼ ਬਖਸ਼ਦੇ ਸਨ ਨਾ ਭਾਈ, ਜਿੱਦਾਂ ਆਪ ਸਭ ਨੇ ਗੁਰੂ ਗੁਰੂ ਜਪਣਾ ਹੈ, ਗੁਰੂ ਹੁਕਮ ਵਿੱਚ ਰਹਿਣਾ ਹੈ, ਆਪਸੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਨਾ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਸਾਰਾ ਇੱਕ ਉਪਦੇਸ਼ ਹੈ। ਸੋ ਮਹਾਰਾਜ ਨੇ ਇਸ ਵਿਧ ਸਾਰੀ ਸੰਗਤ ਨੂੰ ਭਰੇ ਦੀਵਾਨ ਅੰਦਰ ਬੈਠ ਕਰਕੇ ਇਹ ਉਪਦੇਸ਼ ਵੀ ਬਖਸ਼ੇ ਹਨ। ਸਤਿਗੁਰ ਹੋਤ ਭਏ ਅਸਵਾਰ। ਇਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸੁੰਦਰ ਪਾਲਕੀ ਉੱਪਰ ਚੜ੍ਹ ਕਰਕੇ ਫਿਰ ਸਵਾਰ ਹੁੰਦੇ ਹਨ। ਨਿਕਸੇ ਕਾਂਸੀਪੁਰ ਕੋ ਛੋਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਇਸ ਕਾਸ਼ੀ ਨਗਰ ਨੂੰ ਛੱਡ ਕਰਕੇ ਅੱਗੇ ਚੱਲ ਪਏ ਹਨ ਜੀ। ਗਮਨੇ ਕਰ ਮੁਖ ਪਸਚਮ ਔਰਾ। ਤੇ ਇਸ ਦੇਸ਼ ਤੋਂ ਚੱਲਦੇ ਹੋਏ ਮਹਾਰਾਜ ਪੱਛਮ ਵੱਲ ਨੂੰ ਮੁਖ ਕਰਕੇ ਜਿਹੜਾ ਆਪਣਾ ਸਫ਼ਰ ਹੈ, ਅਗਲੇ ਦੇਸ਼ ਜਿਸ ਨੂੰ ਜਾ ਰਹੇ ਹਨ, ਉਸ ਪੱਛਮ ਵੱਲ ਮੁਖ ਕਰਕੇ ਸਫ਼ਰ ਕਰ ਰਹੇ ਸਨ। ਆਦਰ ਹਿਤ ਪਹੁੰਚਾਵਣ ਆਏ। ਤੇ ਬਹੁਤ ਸਾਰੀ ਕਾਸ਼ੀ ਦੀ ਸੰਗਤ, ਪਿਆਰ ਵਾਲੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵੀ ਚੱਲੇ ਹਨ। ਆਦਰ ਸਹਿਤ ਮਹਾਰਾਜ ਜੀਆਂ ਨੂੰ ਵਿਦਾ ਕਰਨ ਦੇ ਲਈ ਸੰਗਤਾਂ ਮਹਾਰਾਜ ਜੀ ਕੇ ਸੰਗ ਤੁਰੀਆਂ ਹਨ ਜੀ। ਖਰੇ ਕਰੇ ਕੈ ਗੁਰ ਸਮੁਦਾਏ। ਕੁਝ ਸਮਾਂ ਮਹਾਰਾਜ ਜੀ ਕੇ ਸੰਗ ਤੁਰੇ, ਕੁਝ ਸਫ਼ਰ ਵੀ ਨਾਲ ਤੈਅ ਕੀਤਾ। ਫਿਰ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਇੱਕ ਥਾਂ ਇਕੱਤਰ ਕਰ ਲਿਆ, ਖੜੇ ਕੀਤਾ ਹੈ। ਫਿਰ ਸਾਰੀ ਸੰਗਤ ਨੂੰ ਆਪਣੇ ਮੁਖ ਤੋਂ ਇਉਂ ਉਪਦੇਸ਼ ਦਿੱਤਾ ਹੈ ਜੀ। ਸਭ ਕੋ ਹਟਕ ਅਗਾਰੀ ਚਾਲੇ। ਮਹਾਰਾਜ ਬੋਲ ਕੇ ਕਹਿਣ ਲੱਗੇ ਕਿ ਭਾਈ ਹੁਣ ਤੁਸੀਂ ਵਾਪਸ ਆਪਣੇ ਦੇਸ਼ ਮੁੜ ਜਾਓ, ਕਿਉਂਕਿ ਅਸੀਂ ਅੱਗੇ ਦੂਰ ਲੰਬੇ ਪੈਂਡੇ ਤੇ ਜਾਣਾ ਹੈ। ਸੋ ਇਸ ਵਿਧ ਨਾਲ ਚੱਲਣਾ ਤੇ ਦੂਰ ਤੱਕ ਜਾਣਾ ਹੁਣ ਤੁਹਾਡੇ ਲਈ ਕੁਝ ਠੀਕ ਨਹੀਂ ਹੈ। ਥਕੇਵਾਂ ਵੀ ਹੋਵੇਗਾ, ਰਾਹ ਦੀਆਂ ਮੁਸ਼ਕਲਾਂ ਵੀ ਆਉਣਗੀਆਂ, ਫਿਰ ਵਾਪਸ ਮੁੜ ਕੇ ਆਓਗੇ, ਇੱਧਰ ਘਰ ਦੇ ਜ਼ਰੂਰੀ ਰੁਝੇਵੇਂ ਕਾਰਜ ਆਦਿ। ਸੋ ਸਭ ਕੁਝ ਵਿਚਾਰਦਿਆਂ ਹੋਇਆਂ ਮਹਾਰਾਜ ਨੇ ਕੁਝ ਦੂਰੀ ਤੋਂ ਬਾਅਦ ਸੰਗਤ ਨੂੰ ਇਕੱਠੇ ਕਰਕੇ ਕਹਿ ਦਿੱਤਾ ਕਿ ਹੁਣ ਆਪ ਇੱਥੋਂ ਵਾਪਸ ਜਾ ਸਕਦੇ ਹੋ।
ਆਪ ਸਭ ਨੂੰ ਸਾਡੇ ਵੱਲੋਂ ਇਜਾਜ਼ਤ ਹੈ। ਸਾਡੀ ਸਾਰੀ ਸੰਗਤ ਦੇ ਉੱਪਰ ਅਤਿਅੰਤ ਖੁਸ਼ੀ ਹੈ ਜੀ। ਸੈਂਦਨ ਮਾਤਨ ਆਵਤ ਨਾਲੇ। ਤੇ ਮਾਤਾਵਾਂ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਉਹਨਾਂ ਦੀ ਜਿਹੜੀ ਪਾਲਕੀ ਹੈ ਉਹ ਮਹਾਰਾਜ ਜੀ ਕੀ ਪਾਲਕੀ ਸਵਾਰੀ ਦੇ ਪਿਛਲੇ ਪਾਸੇ ਆ ਰਹੀ ਹੈ। ਗੁਰੂ ਕੇ ਸਿੱਖ ਲਿਆ ਰਹੇ ਹਨ। ਆਪਰ ਬਹੀਰ ਸਕਲ ਚੱਲ ਆਵਾਂ। ਤੇ ਹੋਰ ਜਿਤਨਾ ਵੀ ਇਕੱਠ ਹੈ, ਜਿਹੜੇ ਸਿੱਖ ਮਹਾਰਾਜ ਜੀ ਦੇ ਨਾਲ ਪਟਨਾ ਸਾਹਿਬ ਤੋਂ ਤੁਰੇ ਹਨ, ਸਾਰਾ ਵਹੀਰ ਵੱਡਾ ਇਕੱਠ ਮਹਾਰਾਜ ਕੀ ਸਵਾਰੀ ਦੇ ਪਿੱਛੇ, ਮਹਾਰਾਜ ਕੀ ਪਾਲਕੀ ਦੇ ਪਿੱਛੇ ਸਭ ਚੱਲ ਕੇ ਆ ਰਹੇ ਹਨ। ਨਵੋ ਸਮਾਜ ਸਮੂਹ ਬਨਵਾਵਾ। ਮਹਾਰਾਜ ਜੀਆਂ ਨੇ ਇਸ ਵਿਧਨਾ ਇੱਕ ਨਵਾਂ, ਸਾਰਾ ਇੱਕ ਨਵਾਂ ਸਮਾਜ ਸਿਰਜਿਆ ਹੈ। ਭਾਈ ਸੰਤੋਖ ਸਿੰਘ ਜੀ ਇਉਂ ਇੱਥੇ ਜ਼ਿਕਰ ਕਰਦੇ ਹਨ ਕਿ ਜਿਵੇਂ ਮਹਾਰਾਜ ਨੇ ਇੱਕ ਨਵੀਂ ਬਖਸ਼ਿਸ਼ ਕਰ ਦਿੱਤੀ ਹੈ। ਸਾਰੀ ਸੰਗਤਾਂ ਦੇ ਇਕੱਠ ਹਨ, ਜਿੱਥੇ ਜਾਂਦੇ ਹਨ ਉੱਥੇ ਹੋਰ ਇਕੱਠ ਹੋ ਜਾਂਦੇ ਹਨ, ਫਿਰ ਮਹਾਰਾਜ ਚੱਲ ਪੈਂਦੇ ਹਨ। ਬਹੁਤ ਸਾਰੇ ਉਪਦੇਸ਼ ਉਹਨਾਂ ਥਾਵਾਂ 'ਤੇ ਮਹਾਰਾਜ ਆਪਣੇ ਮੁਖ ਤੋਂ ਬਖਸ਼ਦੇ ਹਨ, ਜੋ ਕਿ ਸੰਗਤ ਦੇ ਲਈ ਇੱਕ ਨਵਾਂ ਉਪਦੇਸ਼ ਹੈ, ਨਵਾਂ ਜੀਵਨ ਹੈ, ਨਵੀਂ ਬਖਸ਼ਿਸ਼ ਹੈ। ਸੋ ਇਸ ਵਿਧ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਇਸੀ ਰੀਤ ਮਾਰਗ ਮੈਂ ਚਲੇ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਇਹ ਜਿਹੜਾ ਸਫ਼ਰ ਹੈ ਉਹ ਕਰ ਰਹੇ ਸਨ, ਰਸਤੇ ਵਿੱਚ ਚੱਲ ਰਹੇ ਹਨ। ਕਰਤ ਅਨੇਕ ਬਿਲਾਸਨ ਭਲੇ। ਕਈ ਤਰ੍ਹਾਂ ਦੇ ਆਨੰਦ ਨੇ ਰਸਤਿਆਂ ਦੇ ਅੰਦਰ, ਜਿਵੇਂ ਵੱਖ-ਵੱਖ ਥਾਵਾਂ ਤੋਂ ਲੰਘਣਾ, ਵੱਖ-ਵੱਖ ਦ੍ਰਿਸ਼ ਵੇਖਣੇ, ਵੱਖ-ਵੱਖ ਤਰ੍ਹਾਂ ਦੇ ਮਨੁੱਖ ਜਿਹੜੇ ਦਰਸ਼ਨ ਪਾਉਣ ਆਉਂਦੇ ਹਨ, ਉਹਨਾਂ ਨਾਲ ਵਾਰਤਾਲਾਪ ਹੋਣੀ, ਬਚਨ ਸਾਂਝੇ ਹੋਣੇ। ਸੋ ਇਹ ਸਭ ਮੌਜ ਹੈ ਗੁਰਮੁਖੋ ਗੁਰੂ ਦੀ, ਜੋ ਮਹਾਰਾਜ ਆਪਣੀ ਮੌਜ ਦੇ ਵਿੱਚ ਵਿਚਰ ਰਹੇ ਹਨ। ਡੇਰਾ ਟਿਕੇ ਪਾਨ ਕੇ ਡਰੇ। ਫਿਰ ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਸ ਵਕਤ ਸੂਰਜ ਢਲ ਜਾਂਦਾ ਹੈ, ਭਾਨ ਸ਼ਬਦ ਹੈ ਸੂਰਜ ਦਾ ਇੱਕ ਨਾਮ। ਡੇਰਾ ਕਰਤ ਭਾਨ ਕੇ ਡਰੇ, ਜਦੋਂ ਪੱਛਮ ਵਿੱਚ ਸੂਰਜ ਢਲ ਜਾਂਦਾ ਹੈ, ਸੰਧਿਆ ਹਨੇਰਾ ਹੁੰਦਾ ਹੈ, ਉਸ ਵਕਤ ਮਹਾਰਾਜ ਕੋਈ ਵਿਸ਼ੇਸ਼ ਸਥਾਨ ਚੁਣ ਕੇ ਕਿਸੇ ਨਗਰ ਦੇ ਨਜ਼ਦੀਕ ਜਾਂ ਨਗਰ ਦੇ ਵਿੱਚ ਜਾਂ ਕਿਤੇ ਪਿਆਰ ਵਾਲੇ ਕਿਸੇ ਸਿੱਖ ਦੇ ਪਾਸ ਇਹ ਡੇਰਾ ਜਿਹੜਾ ਹੈ ਰਾਤਰੀ ਵਿਸ਼ਰਾਮ ਲਈ ਕਰਦੇ ਹਨ। ਗੁਰ ਆਗਵਨ ਜੇ ਸੁਨਬੋ ਕਰੇ। ਤੇ ਜਿਵੇਂ ਮਹਾਰਾਜ ਕਿਸੇ ਦੇਸ਼, ਕਿਸੇ ਨਗਰ, ਕਿਸੇ ਗ੍ਰਾਮ ਅੰਦਰ ਰੁਕਦੇ ਹਨ ਤੇ ਉੱਥੋਂ ਦੀ ਜਦੋਂ ਸੰਗਤ ਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਆਏ ਹਨ, ਫਿਰ ਬੇਅੰਤ ਸੰਗਤਾਂ ਇਕੱਤਰ ਹੋ ਜਾਂਦੀਆਂ ਹਨ। ਸ਼ਾਮਾਂ ਵੇਲੇ ਨੂੰ, ਰਾਤਰੀ ਨੂੰ ਜਾਂ ਸਵੇਰੇ, ਜਿਸ ਵਕਤ ਮਹਾਰਾਜ ਜੀ ਨੇ ਅੱਗੇ ਚੱਲਣਾ ਹੁੰਦਾ ਹੈ। ਸੋ ਦਰਸ਼ਨ ਪਾਉਣ ਦੇ ਲਈ ਉਹਨਾਂ ਇਲਾਕਿਆਂ ਦੀਆਂ ਬੇਅੰਤ ਸੰਗਤਾਂ ਮਹਾਰਾਜ ਜੀ ਕੇ ਪਾਸ ਆ ਜਾਂਦੀਆਂ ਸਨ, ਉਪਦੇਸ਼ ਬਖਸ਼ਿਸ਼ ਕਰਦੇ ਸਨ ਤੇ ਫਿਰ ਚੱਲਦੇ ਸਨ। ਸੋ ਇੱਦਾਂ ਨਾ ਰਸਤਿਆਂ ਵਿੱਚ ਕੁਝ ਕੁਵੇਲਾ ਵੀ ਹੋ ਜਾਂਦਾ ਸੀ। ਜਿਵੇਂ ਸਵੇਰੇ ਚੱਲਣਾ ਤੇ ਬੇਅੰਤ ਸੰਗਤ ਦਰਸ਼ਨ ਪਾਉਣ ਆ ਗਈ, ਸੋ ਸੰਗਤ ਨੂੰ ਉਪਦੇਸ਼ ਕਰਨਾ, ਇਸ ਵਿਧ ਫਿਰ ਮਹਾਰਾਜ ਇਹ ਜਿਹੜਾ ਸਫ਼ਰ ਹੈ ਉਹ ਤੈਅ ਕਰ ਰਹੇ ਹਨ। ਜਨ ਸਿੱਖਿਅਨ ਕੋ ਨਵਨਿਧ ਪਾਵੈ। ਤੇ ਐਸੀ ਕਲਾ ਵਰਤਦੀ ਹੈ। ਭਾਈ ਸਾਹਿਬ ਜੀਆਂ ਨੇ ਸ਼ਬਦ ਲਿਖੇ ਹਨ, ਜਨ ਸਿੱਖਿਅਨ ਕੋ ਨਵਨਿਧ ਪਾਵੈ। ਜਿਵੇਂ ਨਾ ਅਚਨਚੇਤ ਮਹਾਰਾਜ ਕਿਸੇ ਵੀ ਨਗਰ ਵਿੱਚ ਜਾ ਕੇ ਵਿਸ਼ਰਾਮ ਕਰਦੇ ਨੇ, ਪਤਾ ਨਹੀਂ ਹੈ ਸੰਗਤ ਨੂੰ। ਇੱਕ ਤੇ ਹੁੰਦਾ ਨਾ ਪਹਿਲਾਂ ਕੋਈ ਸੋਏ ਸੁਣੀ, ਕੋਈ ਖਬਰ ਸੁਣੀ ਕਿ ਮਹਾਰਾਜ ਨੇ ਆਉਣਾ ਹੈ, ਤੇ ਸਿੱਖ ਜਿਹੜੇ ਹਨ ਖੁਸ਼ੀ ਅੰਦਰ ਹੁੰਦੇ ਹਨ, ਵਿਸ਼ੇਸ਼ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਸੋ ਇੱਥੇ ਕਿਸੇ ਨੂੰ ਕੁਝ ਪਤਾ ਨਹੀਂ ਹੈ ਤੇ ਅਚਾਨਕ ਮਹਾਰਾਜ ਉਸ ਦਿਸ਼ਾ ਵੱਲ, ਉਸ ਨਗਰ ਵਿੱਚ ਜਾ ਕੇ ਡੇਰਾ ਕਰਦੇ ਹਨ। ਤੇ ਜਦੋਂ ਅਚਾਨਕ ਮਹਾਰਾਜ ਉਤਾਰਾ ਕਰਦੇ ਹਨ, ਤੇ ਜਿਹੜੀ ਉਸ ਇਲਾਕੇ ਦੀ ਸਿੱਖ ਸੰਗਤ ਹੈ, ਪਿਆਰ ਵਾਲੇ ਹਨ, ਉਹਨਾਂ ਨੂੰ ਤਾਂ ਮਾਨੋ ਜਿਵੇਂ 9 ਨਿਧੀਆਂ ਦੇ ਖਜ਼ਾਨੇ ਲੱਭ ਗਏ, ਕਿਉਂਕਿ ਗੁਰੂ ਆਪ ਹਾਜ਼ਰ ਨਾਜ਼ਰ ਆਪ ਨਗਰ ਵਿੱਚ ਆ ਕਰਕੇ ਬੈਠ ਗਏ। ਬਹੁਤ ਪ੍ਰਸੰਨ ਹੁੰਦੇ ਹਨ, ਅਤਿਅੰਤ ਖੁਸ਼ ਹੁੰਦੇ ਹਨ ਕਿ ਜਿਵੇਂ ਜਿਸ ਗੁਰੂ ਨੂੰ ਯਾਦ ਕਰਦੇ ਹਾਂ, ਸਾਖਸ਼ਾਤ ਰੂਪ ਦੇ ਵਿੱਚ ਸਾਡੇ ਹੀ ਨਗਰ ਵਿੱਚ ਮਹਾਰਾਜ ਆਣ ਪੁੱਜੇ ਹਨ। ਮਾਨੋ 9 ਨਿਧੀਆਂ ਦੇ ਭੰਡਾਰ ਹੱਥ ਲੱਗ ਗਏ ਹਨ। ਆਨੰਦ ਧਾਰ ਧਾਇ ਡਿਗ ਆਵੈ। ਬਸ ਸੁਣਦਿਆਂ ਹੀ ਫਿਰ ਉਹ ਸਾਰੇ ਇਲਾਕੇ ਦੀ ਸਿੱਖ ਸੰਗਤ, ਪਿਆਰ ਵਾਲੇ ਜਿਹੜੇ ਗੁਰਮੁਖ ਹਨ, ਦੌੜ ਕਰਕੇ ਆਪਣੇ ਸਾਰੇ ਕਾਰਜਾਂ ਨੂੰ ਸੰਕੋਚ ਕੇ, ਸਾਰੇ ਕੰਮਾਂ ਨੂੰ ਉੱਥੇ ਹੀ ਛੱਡ ਕਰਕੇ ਤੇ ਫਿਰ ਜਲਦੀ ਦੌੜ ਕਰ ਮਹਾਰਾਜ ਕੇ ਦਰਸ਼ਨ ਕਰਨ ਪਹੁੰਚ ਜਾਂਦੇ ਸਨ। ਓਚਕ ਗੁਰ ਦਰਸ਼ਨ ਹਮ ਪਾਵਤ। ਤੇ ਕਹਿੰਦੇ ਵੀ ਹਨ ਆਪਣੇ ਮੁਖ ਤੋਂ ਕਿ ਵੇਖੋ ਕਿਤਨੀ ਕਿਰਪਾ ਹੋਈ ਪ੍ਰਮਾਤਮਾ ਦੀ। ਅਚਾਨਕ ਪਰਿਪੂਰਨ ਪ੍ਰਮਾਤਮਾ ਦੇ ਸਰੂਪ ਪੂਰਨ ਪੁਰਖ ਗੁਰਦੇਵ ਦੇ ਦਰਸ਼ਨ ਹੋ ਗਏ ਹਨ। ਜਿਨ ਹਿਤ ਕੋਸ ਹਜ਼ਾਰ ਸਿਦਾਵਤ। ਇਹ ਤੇ ਬਹੁਤ ਮਹਾਨ ਕਿਰਪਾ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਹਜ਼ਾਰਾਂ ਕੋ ਚੱਲਣਾ ਪੈਂਦਾ ਹੈ ਵਿਸ਼ੇਸ਼ ਸਥਾਨਾਂ ਤੇ। ਅੱਜ ਤੇ ਚਲੋ ਬੜੀ ਮੌਜ ਹੈ, ਮਨੁੱਖ ਨੂੰ ਬੜੇ ਸਾਰੇ ਸਾਧਨ ਨੇ। ਖਾਸ ਕਰ ਪੁਰਾਣਿਆਂ ਸਮਿਆਂ ਦੇ ਵਿੱਚ ਤੇ ਬਹੁਤੇ ਹਿਰਦੇ ਦਿਨ ਰਾਤ ਤੜਫਦੇ ਰਹਿ ਜਾਂਦੇ ਸਨ, ਦਰਸ਼ਨ ਨਹੀਂ ਹੁੰਦੇ ਸਨ।
ਚਲੋ ਜੇ ਕਿਸੇ ਦਰਸ਼ਨ ਕਰਨ ਆਉਣਾ ਤੇ ਪਤਾ ਲੱਗਣਾ ਵੀ ਮਹਾਰਾਜ ਤੇ ਇਸ ਤੋਂ ਅੱਗੇ ਹੋਰ ਦੇਸ਼ ਗਏ ਹੋਏ ਹਨ। ਬੜੇ ਲੰਬੇ ਲੰਬੇ ਸਮੇਂ ਨਿਕਲ ਜਾਂਦੇ ਸਨ ਸਿੱਖ ਨੂੰ ਦਰਸ਼ਨ ਕੀਤਿਆਂ। ਸੋ ਇੱਦਾਂ ਜਦੋਂ ਕਿਸੇ ਨੂੰ ਅਚਾਨਕ ਕਿਤੇ ਮੌਕਾ ਮਿਲ ਜਾਂਦਾ ਹੈ, ਕੁਦਰਤੀ ਕਿਰਪਾ ਵਰਤਦੀ ਹੈ, ਉਹ ਦਰਸ਼ਨ ਕਰਕੇ ਅਤਿਅੰਤ ਪ੍ਰਸੰਨ ਹੁੰਦੇ ਹਨ। ਮਾਰੂਥਲ ਮੈਂ ਜਿਮ ਪਾਵਤ ਮੇਵਾ। ਮਾਰੂਥਲ, ਜਿਵੇਂ ਮਾਰੂਥਲ ਸਥਾਨ ਦੇ ਉੱਪਰ, ਮਾਰੂ ਧਰਤੀ ਦੇ ਉੱਪਰ ਕਿਤੇ ਕੁਦਰਤੀ ਕੋਈ ਘਟਾ ਚੜ੍ਹ ਕੇ ਆਵੇ ਤੇ ਭਾਰੀ ਬੱਦਲ ਵਰਖ ਜਾਏ, ਇਸ ਬਿਧ ਮਹਾਰਾਜ ਜੀ ਕੀ ਕਿਰਪਾ ਇਹਨਾਂ ਦੇਸ਼ਾਂ ਵਿੱਚ ਵਰਤ ਰਹੀ ਹੈ। ਤਿਮ ਇਤ ਦੇਸ ਦਰਸ ਗੁਰ ਦੇਵਾ। ਪ੍ਰਸੰਨ ਹਨ, ਦਰਸ਼ਨ ਪਾ ਕੇ ਇਉਂ ਬਾਤਾਂ ਵੀ ਕਰਦੇ ਹਨ ਕਿ ਜਿਵੇਂ ਮਾਰੂਥਲ ਵਿੱਚ ਮੀਂਹ ਪੈਣਾ, ਇਹ ਕੁਦਰਤ ਦੀ ਇੱਕ ਖੇਡ ਹੈ, ਸੰਭਵ ਨਹੀਂ ਹੈ, ਲੇਕਿਨ ਇਹ ਨਹੀਂ ਪਤਾ ਪ੍ਰਮਾਤਮਾ ਕਦੋਂ ਕਿਰਪਾ ਕਰਦੇ। ਉਸ ਵਿਧ ਇਹਨਾਂ ਦੇਸ਼ਾਂ ਵਿੱਚ ਮਹਾਰਾਜ ਜੀ ਕਾ ਇੱਦਾਂ ਅਚਨਚੇਤ ਆ ਕੇ ਸਾਡੇ ਵਰਗਿਆਂ ਨੂੰ ਦੀਦਾਰ ਦੇਣਾ, ਦਰਸ਼ਨ ਦੇਣਾ, ਇਹ ਤਾਂ ਐਸਾ ਹੈ ਵੀ ਸਾਡੇ ਤੇ ਇਤਨੇ ਭਾਗ ਹੈ ਨਹੀਂ ਨੇ। ਕੁਦਰਤ ਦੀ ਕੋਈ ਖੇਡ ਬਣ ਗਈ, ਪਰਮਾਤਮਾ ਦੀ ਮੌਜ ਵਿੱਚ ਗੁਰਦੇਵ ਚੱਲ ਕੇ ਇੱਥੇ ਆਏ ਤੇ ਸਾਨੂੰ ਦਰਸ਼ਨ ਹੋ ਗਏ ਹਨ। ਲੈ ਲੈ ਅਨਕ ਅਕੋਰਨ ਮਿਲੈ। ਫਿਰ ਅਨੇਕ ਤਰ੍ਹਾਂ ਨਾਨਾ ਪ੍ਰਕਾਰ ਦੀ ਭੇਟਾਵਾਂ ਲੈ ਕਰਕੇ ਸਿੱਖ ਸੰਗਤ ਮਹਾਰਾਜ ਕੇ ਦਰਸ਼ਨ ਪਾਉਣ ਦੇ ਲਈ ਦਰਬਾਰਾਂ ਅੰਦਰ ਹਾਜ਼ਰ ਹੁੰਦੀ ਹੈ। ਇੱਕ ਦੋਏ ਮੰਜ਼ਲ ਕੇਤਿਕ ਸੰਗ ਚਲੈ। ਫਿਰ ਜਿਸ ਵਕਤ ਉਸ ਨਗਰ ਤੋਂ ਮਹਾਰਾਜ ਅਗਲੇ ਨਗਰਾਂ ਲਈ ਰਵਾਨਾ ਹੁੰਦੇ ਸਨ, ਫਿਰ ਇੱਕ ਦੋ ਪੜਾਵਾਂ ਤੱਕ ਉਸ ਨਗਰ ਦੀ ਸਾਰੀ ਸੰਗਤ, ਪਿਆਰ ਵਾਲੇ ਸਿੱਖ ਮਾਈ ਭਾਈ ਨਰ ਨਾਰੀ ਸਭ ਮਹਾਰਾਜ ਜੀ ਕੇ ਸੰਗ ਅੱਗੇ ਤੋਂ ਅੱਗੇ ਮੰਜ਼ਿਲ ਜਿਹੜੀ ਤੈਅ ਕਰਕੇ ਨਾਲ ਵੀ ਚੱਲਦੇ ਹਨ। ਬੇਬਿਦ ਬਿਦਨ ਕੀ ਸੇਵਾ ਠਾਨੈ। ਵਿਵਿਧ ਵਿਧਨ ਕੀ ਅਨੇਕਾਂ ਤਰ੍ਹਾਂ ਦੀਆਂ, ਅਨੇਕਾਂ ਤਰੀਕਿਆਂ ਨਾਲ, ਕੋਈ ਕਿਸੇ ਤਰ੍ਹਾਂ ਦੀ, ਕੋਈ ਕਿਸੇ ਤਰ੍ਹਾਂ ਦੀ, ਕੋਈ ਲੰਗਰਾਂ ਹਿੱਤ, ਕੋਈ ਮਹਾਰਾਜ ਕੇ ਲਈ ਬਸਤਰ, ਕੋਈ ਮਹਾਰਾਜ ਕੇ ਛਕਣ ਦੇ ਲਈ ਪ੍ਰਸ਼ਾਦੇ ਆਦਿਕ। ਸੋ ਇਸ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਹਨ ਰਾਸਤਿਆਂ ਦੇ ਅੰਦਰ ਗੁਰੂ ਕੀ ਪਿਆਰ ਵਾਲੇ ਸਿੱਖ ਸੰਗਤਾਂ ਕਰ ਰਹੀਆਂ ਹਨ। ਅਨ ਦੁਗਦ ਦਦ ਕ੍ਰਿਤ ਕੋ ਆਨੈ। ਕੋਈ ਅੰਨ ਲੈ ਕੇ ਆ ਰਿਹਾ, ਕੋਈ ਆਪਣੇ ਘਰ ਤੋਂ ਦੁੱਧ ਲੈ ਕੇ ਆ ਰਿਹਾ, ਕੋਈ ਘਿਓ ਲੈ ਕੇ ਆ ਰਿਹਾ, ਜਾਂ ਹੋਰ ਜਥਾ ਸ਼ਕਤ ਜੋ ਵੀ ਕਿਸੇ ਦੇ ਪਾਸ ਵਸਤੂ ਹੈ, ਤੇ ਉਹ ਸਮਝਦਾ ਹੈ ਵੀ ਇਹ ਉੱਤਮ ਵਸਤੂ ਮਹਾਰਾਜ ਦੇ ਚਰਨਾਂ ਅੰਦਰ ਭੇਟ ਕਰਨੀ ਚਾਹੀਦੀ ਹੈ। ਇੱਦਾਂ ਸਭ ਕੋਈ ਆਪਣੀ ਆਪਣੀ ਭਾਵਨਾ ਅਨੁਸਾਰ, ਸ਼ਰਧਾ ਅਨੁਸਾਰ ਮਹਾਰਾਜ ਦੇ ਚਰਨਾਂ ਅੰਦਰ ਭੇਟਾਵਾਂ ਅਰਪਿਤ ਕਰ ਰਹੇ ਸਨ। ਇਮ ਹੀ ਸਗਰੇ ਮਾਰਗ ਆਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ, ਸਾਰਾ ਰਸਤਾ ਮਹਾਰਾਜ ਜੀਆਂ ਨੇ ਇਸ ਵਿਧ ਹੀ ਤੈਅ ਕੀਤਾ ਹੈ। ਵੱਖ-ਵੱਖ ਨਗਰਾਂ ਵਿੱਚ ਰੁਕਦਿਆਂ ਸੰਗਤਾਂ ਦੇ ਭਾਰੀ ਇਕੱਠ ਨਾਲ ਤੁਰ ਪੈਂਦੇ ਹਨ। ਬੇਅੰਤ ਤਰ੍ਹਾਂ ਦੇ ਪਦਾਰਥ ਭੇਟਾਵਾਂ ਦੇ ਅੰਦਰ ਰੂਪ ਵਿੱਚ ਇਕੱਠੇ ਹੋ ਜਾਂਦੇ ਹਨ। ਸੋ ਸਾਰਾ ਮਾਰਗ, ਸਾਰਾ ਰਸਤਾ ਮਹਾਰਾਜ ਇਉਂ ਹੀ ਤੈਅ ਕਰਦੇ ਹਨ। ਪੁਰੈ ਕਾਮਨਾ ਜਨ ਸਮੁਦਾਏ। ਤੇ ਰਾਸਤਿਆਂ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਪਿਆਰ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਮਹਾਰਾਜ ਜੀਆਂ ਨੇ ਦਰਸ਼ਨ ਦੇ ਕਰਕੇ ਪੂਰਨ ਕੀਤੀਆਂ ਹਨ। ਰਾਮਚੰਦ ਕੀ ਨਗਰੀ ਯੋਧ। ਇੱਥੋਂ ਚੱਲ ਕਰਕੇ ਫਿਰ ਮਹਾਰਾਜ ਜਿਸ ਸਥਾਨ ਤੇ ਪਹੁੰਚੇ ਹਨ, ਉਹ ਪਵਿੱਤਰ ਸਥਾਨ ਹੈ ਰਾਮਚੰਦ ਕੀ ਨਗਰੀ ਯੋਧ। ਰਾਮਚੰਦ ਦਾ ਉਹ ਨਗਰ ਜਿੱਥੇ ਉਹਨਾਂ ਦਾ ਜਨਮ ਹੋਇਆ, ਅਯੁੱਧਿਆ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਪਰਿਵਾਰ ਸਹਿਤ ਇਸ ਨਗਰ ਦੇ ਅੰਦਰ ਪੁੱਜੇ ਹਨ। ਬਸੇ ਜਹਾਂ ਬੋ ਬੀਤੀ ਯੋਧ। ਜਿੱਥੇ ਰਾਮਚੰਦਰ ਜੀ ਜਨਮ ਹੋਇਆ ਹੈ, ਜਿੱਥੇ ਵਸਦੇ ਰਹੇ ਸਨ, ਜਿੱਥੇ ਉਹਨਾਂ ਦੀ ਅਰਬਲਾ ਆਯੂ ਬਤੀਤ ਹੋਈ ਹੈ। ਪਾਵਨਤਾ ਕੀ ਓਦ ਮਨੋ ਹੈ। ਪਾਵਨਤਾ ਕੀ, ਅੱਜ ਤੱਕ ਉਸ ਥਾਂ ਦੇ ਲਈ ਇਸ ਹਿੰਦੁਸਤਾਨ ਦੇਸ਼ ਦੇ ਜਿਤਨੇ ਵੀ ਲੋਕ ਹਨ, ਜਿਤਨੀ ਵੀ ਮਨੁੱਖਤਾ ਹੈ, ਉਹ ਇੱਕ ਸ਼ਰਧਾ ਭਾਵਨਾ ਨਾਲ ਤੱਕਦੇ ਹਨ ਤੇ ਕਹਿੰਦੇ ਹਨ ਵੀ ਉਹ ਪਾਵਨ ਪਵਿੱਤਰ ਨਗਰੀ ਹੈ, ਅਯੋਧਿਆ ਨਗਰੀ, ਕਿਉਂਕਿ ਉੱਥੇ ਰਾਮ ਜੀ ਦਾ ਜਨਮ ਹੋਇਆ, ਉਹਨਾਂ ਦੀ ਜਨਮ ਭੂਮੀ ਹੈ। ਸੋ ਇਸ ਲਈ ਉਹ ਇਹ ਥਾਂ ਐਸੀ ਹੈ ਜਿਹੜੀ ਮੁੱਢ ਤੋਂ ਹੀ ਪਵਿੱਤਰਤਾ ਨਾਲ ਜੁੜੀ ਹੋਈ ਹੈ ਜੀ। ਨਰ ਨਾਰਨ ਕੋ ਬਾਸ ਕਨੋ ਹੈ। ਤੇ ਇਤਨਾ ਸੰਘਣਾ ਵਸਿਆ ਹੋਇਆ ਇਹ ਸ਼ਹਿਰ, ਇਹ ਨਗਰ ਹੈ ਕਿ ਜਿਸ ਸਥਾਨ ਤੇ ਪਹਿਲੇ ਬਹੁਤ ਆਬਾਦੀ ਹੈ, ਕਿਉਂਕਿ ਪਵਿੱਤਰ ਧਰਤੀ ਹੋਣ ਕਰਕੇ ਬੇਅੰਤ ਤਰ੍ਹਾਂ ਦੇ ਮਨੁੱਖ ਦੂਰ ਨੇੜੇ ਤੋਂ ਆਪਣਾ ਵਸੇਬਾ ਉਸ ਥਾਂ ਤੇ ਕਰਨ ਲੱਗੇ। ਫਿਰ ਉਸ ਥਾਂ ਤੇ ਕੁਦਰਤੀ ਤੌਰ ਤੇ ਰਾਮ ਜੀਆਂ ਨੇ ਬਹੁਤ ਕੌਤਕ ਕੀਤੇ ਹਨ। ਸੋ ਇਸ ਕਰਕੇ ਮੁੱਢ ਤੋਂ ਪਵਿੱਤਰਤਾ ਹੋਣ ਕਰਕੇ ਤੇ ਮੁੱਢ ਤੋਂ ਮਹਾਨਤਾ ਹੋਣ ਕਰਕੇ ਉਸ ਥਾਂ ਦੀ ਜਿਹੜੀ ਆਬਾਦੀ ਹੈ ਉਹ ਬਹੁਤ ਸੰਘਣੀ ਹੈ, ਭਾਵ ਬਹੁਤ ਮਨੁੱਖ ਉਸ ਦੇਸ਼ ਅੰਦਰ ਵਸਦੇ ਹਨ। ਤਿਸ ਪੁਰ ਮੈਂ ਸਤਿਗੁਰ ਪਰਵੇਸੇ। ਹੁਣ ਦੂਸਰੀ ਦਫਾ ਇਉਂ ਕਹਿ ਲਈਏ
ਵੱਡੇ ਪੁਰਖ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਇਸ ਨਗਰ ਵਿੱਚ ਅੱਜ ਆਏ ਹਨ। ਸੁਧ ਕੋ ਸੁਣ ਸੁਣ ਸਿੱਖ ਅਸੇਸੇ। ਤੇ ਮਹਾਰਾਜ ਜੀ ਕੇ ਆਉਣ ਦੀ ਖਬਰ ਪਾ ਕਰਕੇ ਇਸ ਦੇਸ਼ ਵਿੱਚ ਜਿਹੜੇ ਸਿੱਖ ਰਹਿੰਦੇ ਹਨ, ਇਸ ਥਾਂ ਤੇ ਜਿਹੜੇ ਮਹਾਰਾਜ ਕੇ ਪਿਆਰ ਵਾਲੇ ਸਿੱਖ ਰਹਿੰਦੇ ਸਨ, ਉਹ ਵੀ ਦੌੜ ਕਰ ਤਾਕਰ ਮਹਾਰਾਜ ਕੀ ਹਜ਼ੂਰੀ ਵਿੱਚ ਆਣ ਪੁੱਜੇ ਹਨ। ਕਿਉਂਕਿ ਇੱਥੇ ਮੈਂ ਇੱਕ ਬੇਨਤੀ ਕਰਾਂ, ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਤੋਂ ਸੰਸਾਰ ਵਿੱਚ ਵਿਚਰੇ ਨੇ ਨਾ, ਖਾਸ ਕਰ ਇਸ ਹਿੰਦੁਸਤਾਨ ਦੇਸ਼ ਵਿੱਚ ਕੋਈ ਐਸਾ ਥਾਂ ਨਹੀਂ ਸੀ ਜਿੱਥੇ ਮਹਾਰਾਜ ਜੀਆਂ ਨੇ ਬਖਸ਼ਿਸ਼ ਨਹੀਂ ਕੀਤੀ ਤੇ ਜਿੱਥੇ ਕੋਈ ਸਿੱਖ ਨਹੀਂ ਬਣਿਆ। ਐਸੀ ਕਿਰਪਾ ਵਰਤੀ, ਭਾਵਾਂ ਕੋਈ ਵੀ ਦੇਸ਼ ਹੈ, ਅਯੁੱਧਿਆ, ਵਰਿੰਦਾਵਨ, ਮਥੁਰਾ, ਕਾਸ਼ੀ, ਕੋਈ ਵੀ, ਜਾਂ ਪੰਜਾਬ ਜਾਂ ਇੱਧਰ ਨੂੰ ਲਹਿੰਦੇ ਪਾਸੇ ਦੇ ਜਿਹੜੇ ਦੇਸ਼, ਮੱਕਾ, ਮਦੀਨਾ, ਕਬ, ਇਹ ਕੋਈ ਐਸਾ ਥਾਂ, ਬਗਦਾਦ, ਕੋਈ ਐਸਾ ਥਾਂ ਨਹੀਂ ਹੈ ਜਿੱਥੇ ਸਿੱਖ ਨਹੀਂ ਹੈ। ਖਾਸ ਕਰ ਇੱਕ ਵਿਦਵਾਨ ਨੇ ਬਹੁਤ ਸੁੰਦਰ ਹਵਾਲਾ ਵੀ ਦਿੱਤਾ ਹੈ। ਉਹ ਕਹਿਣ ਲੱਗਾ, ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਨੇ, ਹਿੰਦੁਸਤਾਨ ਦੇਸ਼ ਦੀ ਜਿਹੜੀ ਆਬਾਦੀ ਹੈ ਕੋਈ 6.5 ਕਰੋੜ ਦੇ ਕਰੀਬ ਹੈ। ਤੇ ਉਹ ਕਹਿਣ ਲੱਗਾ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ 6.5 ਕਰੋੜ ਚੋਂ 3.5 ਕਰੋੜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਸਿੱਖ ਹੋ ਚੁੱਕੇ ਸਨ। ਸੋ ਇਸ ਵਿੱਚ ਜਿੱਥੇ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਹਰ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਪਿਆਰ ਵਾਲਾ ਸਿੱਖ ਹੈ। ਤੇ ਉਸ ਤੋਂ ਬਾਅਦ ਸਮਾਂ ਇੰਨਾ ਲੰਬੇਰਾ ਨਿਕਲ ਚੁੱਕਾ ਹੈ, ਕੋਈ 200 ਵਰਿਆਂ ਤੋਂ ਵੱਧ ਦਾ ਇਹ ਸਫ਼ਰ ਹੋ ਚੁੱਕਾ ਹੈ। ਗੁਰੂ ਜੋਤ ਇਸ ਸੰਸਾਰ ਵਿੱਚ ਵਿਚਰਦੀ ਰਹੀ ਹੈ। ਇਸ ਲਈ ਮਹਾਰਾਜ ਜੀ ਕੇ ਪਿਆਰ ਵਾਲਾ ਸਿੱਖ ਹਰ ਦੇਸ਼ ਵਿੱਚ, ਹਰ ਥਾਂ ਤੇ, ਹਿੰਦੁਸਤਾਨ ਇਕੱਲਾ ਦੇਸ਼ ਨਹੀਂ, ਹਿੰਦੁਸਤਾਨ ਤੋਂ ਬਾਹਰ ਵੀ ਬਹੁਤ ਆਬਾਦੀ ਸੀ। ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਨਾ, ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ। ਇਹ ਕੁਦਰਤੀ ਤੌਰ ਤੇ ਕਿਰਪਾ ਹੈ। ਸੋ ਅਯੋਧਿਆ ਦੇਸ਼ ਜਿਸ ਵਕਤ ਮਹਾਰਾਜ ਜੀ ਪਹੁੰਚੇ ਹਨ, ਇੱਥੇ ਵੀ ਬੇਅੰਤ ਸਿੱਖ ਹਨ। ਮਹਾਰਾਜ ਜੀ ਕੇ ਦਰਸ਼ਨ ਪਾਉਣ ਦੇ ਲਈ ਉਤਾਵਲੇ ਹੋਏ। ਪਤਾ ਲੱਗਾ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਆਏ ਹਨ। ਸੋ ਉਹ ਵੀ ਫਿਰ ਆਪਣੀਆਂ ਕੰਮਾਂ ਨੂੰ ਸੰਕੋਚਦੇ ਜਲਦੀ ਹੀ ਦੌੜ ਕਰ ਉਸ ਸਥਾਨਪੁਰ ਆ ਗਏ, ਜਿਸ ਸਥਾਨ ਤੇ ਗਰੀਬ ਨਿਵਾਸ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਵਿਰਾਜਮਾਨ ਹਨ। ਤਾਏ ਤਾਏ ਸਭ ਆਣ ਮਿਲੇ ਹੈ। ਤਾਏ ਤਾਏ, ਜਲਦੀ ਜਲਦੀ, ਇਹਦੇ ਅਰਥ ਆਪਾਂ ਕਰਾਂਗੇ ਬਹੁਤ ਜਲਦੀ ਜਲਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਆਕਰ ਸਭ ਮਿਲੇ ਹਨ। ਕਰ ਬੰਧਨ ਦੇ ਭੇਟ ਭਲੇ ਹੈ। ਸਭ ਨੇ ਆਕਰ ਕੇ ਮਹਾਰਾਜ ਜੀ ਕੇ ਚਰਨਾਂ ਵਿੱਚ ਨਮਸਕਾਰ ਕੀਤੀ, ਵੰਦਨਾ ਕੀਤੀ, ਤੇ ਜਥਾ ਸ਼ਕਤ ਜੋ ਵੀ ਕੋਈ ਭੇਟ ਦੇ ਸਕਦਾ ਸੀ, ਜੋ ਜਿਤਨੀ ਕਿਸੇ ਦੀ ਸ਼ਰਧਾ ਹੈ, ਮਹਾਰਾਜ ਜੀ ਕੇ ਚਰਨਾਂ ਵਿੱਚ ਭੇਟ ਹਾਜ਼ਰ ਕਰਦੇ ਹਨ। ਜੇ ਅਨਜਾਨ ਸੋ ਬੂਝੈ ਆਪੀ। ਤੇ ਜਿਹੜੇ ਅਣਜਾਣ ਹਨ, ਕਿਉਂਕਿ ਐਸਾ ਵੀ ਇਹ ਵੀ ਹੈ ਵੀ ਬਹੁਤ ਸਾਰੇ ਐਸੇ ਵੀ ਨੇ ਜਿਵੇਂ ਅਨਮਤਾਂ ਦੇ ਮਨੁੱਖ ਸਨ। ਖਾਸ ਕਰ ਸਨਾਤਨੀ ਮਤ, ਇਸਲਾਮ ਮਤ, ਬੌਧ, ਜੈਨ, ਜਿਤਨੇ ਵੀ ਮਤ ਨੇ, ਕਈਆਂ ਨੂੰ ਨਹੀਂ ਪਤਾ ਉਸ ਵਕਤ ਵੀ ਇਹ ਕੌਣ ਨੇ, ਕਿਹੜੇ ਪੁਰਖ ਨੇ, ਕਿੱਥੋਂ ਆਏ ਨੇ। ਫਿਰ ਜਦੋਂ ਇਸ ਵੇਲੇ ਇਕੱਠ ਟਿਕਦੇ ਨੇ ਤੇ ਜਲਦੀ ਜਲਦੀ ਹਰ ਕਿਸੇ ਨੂੰ ਦਰਸ਼ਨ ਪਾਉਣ ਦੇ ਲਈ ਜਾਂਦਾ ਹੋਇਆ ਤੱਕਦੇ ਨੇ, ਤੇ ਫਿਰ ਉਹ ਵੀ ਪੁੱਛ ਲੈਂਦੇ ਨੇ ਬਈ ਇਹ ਕੌਣ ਪੁਰਖ ਨੇ, ਕਿੱਥੋਂ ਆਏ ਨੇ, ਇੰਨਾ ਵੱਡਾ ਕਾਫਲਾ ਇਹਨਾਂ ਨਾਲ ਸੰਗਤ ਦਾ। ਸੋ ਜਿਸ ਵਕਤ ਤੋਂ ਪੁੱਛਦੇ ਹਨ ਤੇ ਫਿਰ ਸਿੱਖ ਸਾਰਾ ਮਾਜਨਾ, ਸਾਰਾ ਵਿਸ਼ਾ ਵਿਸਥਾਰ ਉਹਨਾਂ ਨੂੰ ਦੱਸ ਦਿੰਦੇ ਹਨ ਕਿ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਸੋ ਇਸ ਵਿੱਚ ਪੁੱਛ-ਗਿੱਛ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਵਡਿਆਈ ਹੋਰ ਵੱਧਦੀ ਹੈ। ਫਿਰ ਉਹ ਵੀ ਦਰਸ਼ਨ ਪਾਉਣ ਦੇ ਲਈ ਹਾਜ਼ਰ ਹੁੰਦੇ ਹਨ। ਏਕੋ ਬਾਲਕ ਰੂਪ ਪ੍ਰਤਾਪੀ। ਤਿਉਂ ਕਹਿੰਦੇ ਹਨ ਦਰਸ਼ਨ ਕਰਕੇ ਵੀ ਇਹ ਹੈ ਤੇ ਬਾਲਕ ਰੂਪ ਵਿੱਚ ਹਨ, ਅਜੇ ਆਰਵਲਾ ਛੋਟੀ ਹੈ, ਉਮਰ ਛੋਟੀ ਹੈ ਤੇ ਬਚਪਨੇ ਵਿੱਚ ਹਨ, ਲੇਕਿਨ ਹਨ ਪ੍ਰਤਾਪੀ ਪੁਰਖ। ਕਿਉਂਕਿ ਮੁਖ ਤੋਂ ਪਤਾ ਲੱਗ ਜਾਂਦਾ ਹੈ ਜਿਹੜੀ ਨੁਹਾਰ ਹੈ ਮਹਾਰਾਜ ਜੀ ਕੀ, ਇਹ ਜਿਤਨੇ ਮਧੁਰ ਬੋਲ ਨੇ ਮਹਾਰਾਜ ਜੀ ਕੇ, ਜਿਹੜੀ ਮਹਾਰਾਜ ਜੀ ਕੇ ਨੇਤਰਾਂ ਦੀ ਬਖਸ਼ਿਸ਼ ਹੈ, ਇਹ ਮਹਾਰਾਜ ਜੀ ਕੇ ਮੁਖ ਤੇ ਜਿਹੜੀ ਕੁਦਰਤੀ ਕਿਰਪਾ ਰੂਹਾਨੀਅਤ ਵਰਸਦੀ ਹੈ, ਉਹਦੇ ਦਰਸ਼ਨ ਪਾ ਕੇ ਹਰ ਕਿਸੇ ਨੂੰ ਦਿਸ ਪੈਂਦਾ ਹੈ ਵੀ ਅਜੇ ਹੈ ਤੇ ਬਾਲਕ, ਪਰੰਤੂ ਛੋਟੇ ਨਹੀਂ ਤੋਂ ਭਾਵ ਕਿ ਅੰਦਰੂਨੀ ਪੱਧਰ ਤੇ ਕੋਈ ਵੱਡੀ ਕਰਾਮਾਤ ਦੇ ਮਾਲਕ ਹਨ। ਆਰਬਲਾ ਕਰਕੇ, ਸਰੀਰ ਕਰਕੇ ਅਜੇ ਛੋਟੇ ਹਨ ਜੀ। ਸੁੰਦਰ ਮੂਰਤ ਦਿਪੈ ਉਧਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਿਹਰੇ ਦੀ ਜਿਹੜੀ ਨੁਹਾਰ ਹੈ, ਮੂਰਤ ਬਹੁਤ ਸੁੰਦਰ ਹੈ, ਅਤੀ ਸੁੰਦਰ ਹੈ। ਜਿਵੇਂ ਗੁਰਬਾਣੀ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਵੈਸੇ ਕੁਝ ਵਿਦਵਾਨ ਸੱਜਣ ਮੰਨਦੇ ਨੇ ਵੀ ਉਹ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਦੇ ਨਾਲ ਸੰਬੰਧਿਤ ਲਿਖਿਆ ਗਿਆ, ਲੇਕਿਨ ਅਰਥਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਮੂਰਤੀ ਵੀ ਅਤੀ ਸੁੰਦਰ ਹੈ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋ। ਮੁਖ ਦਾ ਨੁਹਾਰ ਇਤਨਾ ਸੁੰਦਰ ਹੈ, ਚਮਕੀਲੇ ਨੈਣ ਹਨ, ਡਲਕਦਾ ਮੱਥਾ ਹੈ, ਮੁਖ ਦੇ ਉੱਪਰ ਰੂਹਾਨੀਅਤ ਦਾ ਵੱਧਦਾ ਤੇਜ ਹੈ, ਪ੍ਰਭਾਵ ਹੈ।
ਦਿਪਤੈ ਉਦਾਰਾ, ਦਿਪਤੈ ਤੋਂ ਭਾਵ ਜਿਵੇਂ ਕੋਈ ਸੂਰਜ ਆਕਾਸ਼ ਦੇ ਵਿੱਚ ਲਟ-ਲਟ ਕਰਦਾ ਹੋਇਆ ਬਲਦਾ ਹੋਇਆ ਦਿਸਦਾ ਹੈ। ਜਦੋਂ ਚੜਿਆ ਹੁੰਦਾ ਨਾ ਆਪਾਂ ਵੇਖਦੇ ਹਾਂ ਚਮਕਾ ਮਾਰਦਾ, ਤੇ ਕਈ ਵਾਰ ਐਸੇ ਚਮਕਦੇ ਹੋਏ ਸੂਰਜ ਵੱਲ ਸਿੱਧੀ ਨਿਗਾਹ ਕਰਕੇ ਮਨੁੱਖ ਲਈ ਵੇਖਣਾ ਵੀ ਕਠਿਨ ਹੁੰਦਾ। ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖ ਹੈ, ਨੈਣ ਸੁੰਦਰ ਹਨ, ਚਿਹਰਾ ਦਗਦਗ ਕਰਦਾ ਹੈ, ਤੇ ਸੂਰਜ ਵਾਂਗ ਉਹਦੇ ਅੰਦਰੋਂ ਕੁਦਰਤੀ ਰੂਹਾਨੀਅਤ ਦਾ ਜਿਹੜਾ ਪ੍ਰਤਾਪ ਹੈ ਉਹ ਹਰ ਕਿਸੇ ਦੇ ਉੱਪਰ ਡੂੰਘਾ ਅਸਰ ਪਾਉਂਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਮੁਖ ਦੀ ਵਡਿਆਈ ਹੈ, ਜੋ ਦਰਸ਼ਨਾਂ ਦੇ ਵਿੱਚ ਸੰਗਤ ਨੂੰ ਨਸੀਬ ਹੋਇਆ ਕਰਦੀ ਹੈ ਜੀ। ਲਖੀਅਤ ਕਿਸੂ ਦੇਵ ਅਵਤਾਰਾ, ਤੇ ਜਿਸ ਵਕਤ ਕੋਈ ਅਨਮਤ ਵਾਲਾ ਵੇਖਦਾ ਹੈ, ਕਿਉਂਕਿ ਸਿੱਖਾਂ ਨੂੰ ਤੇ ਪਤਾ ਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਜਿਹੜੀ ਬਖਸ਼ਿਸ਼ 10ਵੇਂ ਅਵਤਾਰ ਨੇ, ਕੋਈ ਅਨਮਤ ਵਾਲਾ ਦਰਸ਼ਨ ਕਰਦਾ ਹੈ ਤੇ ਮਹਾਰਾਜ ਜੀਆਂ ਨੂੰ ਬਿਨਾਂ ਕੁਝ ਪੁੱਛੇ ਦੱਸੇ, ਬਿਨਾਂ ਕੋਈ ਕਿਸੇ ਤੋਂ ਬਹੁਤੀ ਜਾਣਕਾਰੀ ਲਏ, ਮਹਾਰਾਜ ਕਾ ਪਾਵਨ ਮੁਖ ਤੱਕ ਹੀ ਇਹ ਕਹਿ ਦਿੰਦਾ ਸੀ ਵੀ ਲਖੀਅਤ ਇਹ ਲੱਗ ਰਹੇ ਨੇ ਕਿਸੂ ਦੇਵ ਅਵਤਾਰਾ, ਇਹ ਜ਼ਰੂਰ ਕਿਸੇ ਦੇਵਤੇ ਦਾ ਅਵਤਾਰ ਨੇ। ਕਿਉਂਕਿ ਉਹ ਪੁੱਛਦੇ ਨਹੀਂ ਬਹੁਤਾ, ਸਿਰਫ ਇੰਨਾ ਦੱਸਿਆ ਜਾਂਦਾ ਹੈ ਵੀ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਹਨ। ਫਿਰ ਜਦੋਂ ਕੋਈ ਅਨਮਤ ਵਾਲਾ, ਕਿਉਂਕਿ ਖਾਸ ਕਰ ਅਯੋਧਿਆ ਸਨਾਤਨੀ ਮਤ ਵਾਲੇ ਵੀਰ ਰਾਮ ਜੀ ਦੇ ਉਪਾਸ਼ਕ, ਉਹ ਸਾਰੀ ਉਹਨਾਂ ਦੀ ਨਗਰੀ ਹੈ, ਸੋ ਜਦੋਂ ਕੋਈ ਤੱਕਦੇ ਹਨ ਆ ਕਰਕੇ ਮਹਾਰਾਜ ਜੀ ਦਾ ਮੁਖ ਵੇਖ ਕੇ ਕਹਿੰਦੇ ਹਨ ਵੀ ਇਹ ਕੋਈ ਪੂਰਬਲੇ ਜਨਮ 'ਚ ਵੱਡੇ ਦੇਵਤੇ ਹਨ, ਜਿਨ੍ਹਾਂ ਨੂੰ ਇਸ ਜਨਮ 'ਚ ਮਨੁੱਖਾ ਅਵਤਾਰ ਦੇ ਵਿੱਚ ਪ੍ਰਗਟ ਹੋਏ ਹਨ। ਜਿਸ ਤੇ ਨਰਗਨ ਠਾਨ ਅਦਾਇਬ, ਤੇ ਜਿਤਨੇ ਵੀ ਆਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਬੜੇ ਅਦਬ ਸਹਿਤ, ਭਾਵਨਾ ਸਹਿਤ, ਪਿਆਰ ਸਹਿਤ, ਕਿਉਂਕਿ ਇਹ ਗੁਰੂ ਘਰ ਦੀ ਮਰਿਆਦਾ ਵੀ ਹੈ ਤੇ ਖਾਸ ਕਰ ਗੁਰੂ ਕਾਲ ਦੇ ਵੇਲੇ ਤੋਂ ਹੀ ਮਹਾਰਾਜ ਜੀਆਂ ਨੇ ਸਿੱਖ ਨੂੰ ਇਹ ਸਿਖਾਇਆ ਵੀ ਹੈ ਬੜੇ ਅਦਬ ਦੇ ਨਾਲ। ਜਿਵੇਂ ਇੱਕ ਹੁੰਦਾ ਨਾ ਕਿਸੇ ਨੂੰ ਆਪਾਂ ਦਰਸ਼ਨ ਕਰਨ ਜਾਈਏ, ਮਿਲਣ ਜਾਈਏ, ਤੇ ਮਨੁੱਖ ਦੀ ਜਿਹੜੀ ਸਰੀਰ ਦੀ ਚੰਚਲਤਾ ਉਸੇ ਵਿਧ ਬਰਕਰਾਰ ਰਹਿੰਦੀ ਹੈ। ਇੱਕ ਜਦੋਂ ਕਿਸੇ ਵੱਡੇ ਦੇ ਸਨਮੁਖ ਖੜੇ ਹੋਈਏ ਤੇ ਮਨੁੱਖ ਹੈ ਨਿਮਰ ਹੋ ਕਰਕੇ ਸਾਵਧਾਨ ਸਿੱਧਾ ਇਸ ਵਿਧ ਖੜਾ ਹੋ ਜਾਂਦਾ ਹੈ। ਸੋ ਇਸ ਵਿਧ ਬਹੁਤ ਸਾਰੇ ਐਸੇ ਨੇ ਬੜੇ ਅਦਬ ਦੇ ਨਾਲ, ਖਾਸ ਕਰਕੇ ਗੁਰਸਿੱਖ ਤੇ ਅਨਮਤ ਵਾਲੇ ਵੀ, ਕਿਉਂਕਿ ਪੂਰਨ ਅਵਤਾਰ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਭ ਅਦਬ ਕਰਦੇ ਹਨ। ਬੰਦੈ ਚਰਨ ਕਮਲ ਜਨ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਚਰਨਾਂ ਕਮਲਾਂ ਦੇ ਅੰਦਰ, ਸਾਹਿਬ ਦੇ ਚਰਨਾਂ ਕਮਲਾਂ ਦੇ ਅੰਦਰ ਸਭ ਕੋਈ ਵੰਦਨਾ ਕਰਦਾ ਹੈ ਜੀ। ਜੇ ਸਿੱਖ ਜਾਣੈ ਤਿਨੈ ਸੁਣਾਵੈ, ਜਿਹੜੇ ਸਿੱਖ ਜਾਣਦੇ ਹਨ, ਭਾਵੇਂ ਵੀ ਜਿਨ੍ਹਾਂ ਨੂੰ ਪਹਿਲਾਂ ਤੋਂ ਮਹਾਤਮ ਪਤਾ ਹੈ ਇਹ ਕੌਣ ਪੁਰਖ ਨੇ, ਜਿਨ੍ਹਾਂ ਨੂੰ ਇਹ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 10ਵੇਂ ਵਾਰਸ ਹੋਣਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਲਾਲ ਨੇ। ਸੋ ਜਿਹੜੇ ਜਾਣਦੇ ਹਨ ਇਹ ਸਤਿਗੁਰ ਕੇ ਪੁੱਤਰ ਸੁਹਾਵੈ, ਉਹ ਫਿਰ ਨਾਲ ਆਏ ਹੋਏ ਸਤਸੰਗੀਆਂ ਨੂੰ, ਉਤੋਂ ਦੇ ਵਸਣ ਵਾਲੇ ਮਨੁੱਖਾਂ ਨੂੰ, ਸਭ ਨੂੰ ਕਹਿ ਵੀ ਦਿੰਦੇ ਸਨ ਕਿ ਮਹਾਰਾਜ ਇਹ ਜੋ ਪੁਰਖ ਹਨ ਇਹ 9ਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਹਨ ਜੀ। ਸ੍ਰੀ ਗੁਰੂ ਰਾਮਦਾਸ ਕੀ ਬੰਸ, ਇਹ ਸੋਢੀ ਕੁਲ ਦੇ ਅੰਦਰੋਂ ਹਨ, ਜਿਹੜੀ ਕੁਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹੈ, ਸੋਢੀ ਕੁਲ। ਸੋ ਇਹ ਗੁਰੂ ਰਾਮਦਾਸ ਜੀ ਕੀ ਵੰਸ਼ ਦੇ ਅੰਦਰ ਹਨ। ਇਹ ਬਿਦ ਤੇ ਸੁੰਦਰ ਅਵਤੰਸ, ਤੇ ਜਿਸ ਕੁਲ ਦੇ ਵਿੱਚ ਪ੍ਰਗਟੇ ਹਨ ਉਸ ਕੁਲ ਦੀ ਮੁੱਢ ਤੋਂ ਵਡਿਆਈ ਰਹੀ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੋਂ ਬਾਅਦ ਅੱਗੇ ਜਿਤਨੇ ਵੀ ਗੁਰੂ ਸਾਹਿਬਾਨ ਗੁਰਤਾ ਗੱਦੀਪੁਰ ਬੈਠੇ ਹਨ, ਸਤਿਗੁਰੂ ਸਾਹਿਬਾਨ ਜਿਹੜੇ ਹਨ ਸੋਢੀ ਵੰਸ਼ ਵਿੱਚੋਂ ਹਨ। ਗੁਰੂ ਰਾਮਦਾਸ ਸਾਹਿਬ ਮਹਾਰਾਜ, ਉਸ ਤੋਂ ਅੱਗੇ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਕੇ ਸੁਪੁੱਤਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਤੇ ਉਹਨਾਂ ਦੇ ਅੱਗੇ ਸੁਪੁੱਤਰ ਨੇ ਗੁਰੂ ਗੋਬਿੰਦ ਰਾਏ ਸਾਹਿਬ ਜੀ। ਸੋ ਇਸ ਵੇਲੇ ਸੋਢੀ ਕੁਲ ਦੀ ਵਡਿਆਈ ਹੈ, ਜਿਨ੍ਹਾਂ ਦੀ ਜਿਸ ਕੁਲ ਦੇ ਵਿੱਚ ਪਹਿਲਾਂ ਪੂਰਨ ਪੁਰਖ ਅਵਤਾਰ ਗੁਰਦੇਵ ਗੁਰਤਾ ਗੱਦੀਪੁਰ ਵਿਰਾਜਮਾਨ ਹੋਏ ਹਨ। ਸ੍ਰੀ ਹਰਗੋਬਿੰਦ ਸ੍ਰੀ ਅਰਜਨ ਨੰਦਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੇ ਸੁਪੁੱਤਰ ਹਨ। ਜਿਨੂ ਤੁਰਕ ਗਨ ਕੀਨ ਨਿਕੰਦਨ, ਜਿਨ੍ਹਾਂ ਦਾ ਇਹ ਹਾਲ ਸੁਣੀਦਾ ਹੈ, ਇਹ ਇਤਿਹਾਸ ਸੁਣੀਦਾ ਹੈ ਕਿ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਸ਼ਸਤਰ ਪਾ ਕਰਕੇ ਤੇ ਤੁਰਕਾਂ ਦੇ ਮੁੱਖ ਮੋੜੇ ਸਨ, ਤੁਰਕ ਫੌਜਾਂ ਦੇ ਘਾਣ ਕੀਤੇ ਸਨ, ਜਿਨ੍ਹਾਂ ਜੰਗਾਂ ਕਰਕੇ
ਜ਼ਾਲਮਾਂ ਦਾ ਖਾਤਮਾ ਕੀਤਾ ਹੈ ਜੀ। ਤਿਨਕੇ ਸੁਤ ਸ੍ਰੀ ਤੇਗ ਬਹਾਦਰ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸਭ ਤੋਂ ਛੋਟੇ ਸੁਪੁੱਤਰ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਜਿਨ ਪਗ ਪੂਜੈ ਬਹੁ ਜਗ ਸਾਦਰ। ਅੱਜ ਜਿਹੜੇ ਗੁਰਤਾ ਗੱਦੀ ਤੇ ਵਿਰਾਜਮਾਨ ਹਨ ਤੇ ਸਮੁੱਚਾ ਸੰਸਾਰ ਹੀ ਜਿਨ੍ਹਾਂ ਦੇ ਚਰਨਾਂ ਨੂੰ ਪੂਜਦਾ ਹੈ, ਜਿਨ੍ਹਾਂ ਦਾ ਧਿਆਨ ਕਰਦਾ ਹੈ। ਆਪਾਂ ਵੀ ਗੁਰਮੁਖੋ ਮਹਾਰਾਜ ਕੀ ਹਜ਼ੂਰੀ ਵਿੱਚ ਬੈਠੇ ਹਾਂ, ਮਹਾਰਾਜ ਕੇ ਚਰਨਾਂ ਨੂੰ ਪਰਸਦੇ ਹਾਂ ਤੇ ਅਸੀਂ ਮਹਾਰਾਜ ਕੇ ਅੰਮ੍ਰਿਤ ਸ਼ਬਦਾਂ ਨੂੰ ਵੀ ਪੜ੍ਹਦੇ ਹਾਂ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਇਹ ਬਖਸ਼ਿਸ਼ ਹੈ, ਜਿਨ੍ਹਾਂ ਦੇ ਚਰਨਾਂ ਦਾ ਧਿਆਨ ਸਮੁੱਚਾ ਸੰਸਾਰ ਕਰਦਾ ਹੈ ਜੀ। ਸੋ ਪੂਰਬ ਕੀ ਦਿਸ ਚਲ ਆਏ। ਇਉਂ ਫਿਰ ਪਿਆਰ ਵਾਲੇ ਸਿੱਖ ਸੰਗਤਾਂ ਨੂੰ ਇਹ ਹਵਾਲੇ ਦੱਸਦੇ ਹਨ ਕਿ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕੁਝ ਸਮਾਂ ਪਹਿਲਾਂ ਇਸ ਪੂਰਬ ਦੇਸ਼ ਵੱਲ ਨੂੰ ਆਏ ਸਨ। ਤਿਨਕੇ ਸੁਤ ਸ੍ਰੀ ਗੁਜਰੀ ਜਾਏ। ਤੇ ਉਹਨਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਕੁੱਖੋਂ ਇਹ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਪ੍ਰਗਟੇ ਹਨ। ਅਬ ਨਿਜ ਦੇਸ ਪੰਜਾਬ ਸਿਧਾਰੈ। ਤੇ ਸਿੱਖ ਦੱਸਦੇ ਹਨ ਸਮੁੱਚੀ ਸੰਗਤ ਨੂੰ ਵੀ ਹੁਣੇ ਆਪਣੇ ਦੇਸ਼ ਪੰਜਾਬ ਦੇਸ਼ ਨੂੰ ਵਾਪਸ ਜਾ ਰਹੇ ਹਨ। ਸੁਨ ਸੁਨ ਨਰਗਨ ਆਨੰਦ ਧਾਰੈ। ਸੁਣ ਸੁਣ ਜਿਤਨੇ ਵੀ ਫਿਰ ਸੁਣਦੇ ਹਨ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਵਡਿਆਈ, ਮਹਾਰਾਜ ਕੀ ਕੌਤਕ, ਜਾਂ ਇਉਂ ਕਹਿ ਲਈਏ ਵੀ ਜਿਤਨੀ ਸੰਗਤ ਮਹਾਰਾਜ ਜੀ ਕੇ ਨੂਰਾਨੀ ਚਿਹਰੇ ਦੇ ਮੁਖ ਦੇ ਦਰਸ਼ਨ ਕਰਦੇ ਹਨ, ਬਹੁਤ ਵਡਿਆਈ ਕਰਦੇ ਹਨ। ਬੜੀ ਉਪਮਾ ਹੁੰਦੀ ਹੈ। ਸੰਗਤ ਵੀ ਧਨਤਾ ਯੋਗ ਹੈ ਤੇ ਗੁਰੂ ਕੀ ਵੀ ਅਤਿਅੰਤ ਖੁਸ਼ੀ ਹੈ ਜੀ। ਕੋ ਕਰ ਜੋਰਤ ਸੀਸ ਨਿਵਾਵੈ। ਬਹੁਤ ਸਾਰੇ ਹੱਥ ਜੋੜ ਕੇ ਮਹਾਰਾਜ ਕੇ ਚਰਨਾਂ ਵਿੱਚ ਅਦਬ ਸਹਿਤ ਸੀਸ ਨਿਵਾਉਂਦੇ ਹਨ। ਕੋ ਤਰ ਚੋਪ ਅਕੋਰ ਚੜਾਵੈ। ਤੇ ਬਹੁਤ ਸਾਰੇ ਬੜੇ ਹੀ ਉਤਸ਼ਾਹ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਵਿੱਚ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਹਾਜ਼ਰ ਕਰਦੇ ਹਨ। ਕਿਰਪਾ ਦ੍ਰਿਸ਼ਟ ਕੋ ਦੇਖਤ ਭਲੇ। ਤੇ ਮਹਾਰਾਜ ਵੀ ਮੌਜ ਵਿੱਚ ਆ ਕਰਕੇ ਕਿਰਪਾ ਦ੍ਰਿਸ਼ਟੀ ਕਰਦੇ ਹਨ, ਸਭ ਦੇ ਉੱਪਰ ਆਪਣੀ ਨਜ਼ਰ ਪਾਉਂਦੇ ਹਨ। ਔਰ ਬਾਜ਼ਾਰ ਗਰੀਅਨ ਮਹ ਚਲੇ। ਫਿਰ ਇਸ ਵੇਦ ਆਪਣੀ ਮੌਜ ਵਿੱਚ ਮਹਾਰਾਜ ਅਯੋਧਿਆ ਦੇ ਕੁਝ ਬਾਜ਼ਾਰਾਂ ਅੰਦਰ, ਕੁਝ ਗਲੀਆਂ ਵਿੱਚ ਵੀ ਵਿਚਰੇ ਹਨ। ਵਹਿਰ ਕਰਿਓ ਡੇਰਾ ਸੁਭ ਥਾਨ। ਫਿਰ ਮਹਾਰਾਜ ਨੇ ਹੁਕਮ ਦਿੱਤੇ ਤੇ ਮਹਾਰਾਜ ਕੇ ਸੰਗ ਜਿਤਨੀ ਸੰਗਤ ਹੈ, ਜਿਤਨੇ ਸਿੱਖ ਹਨ, ਵਿਸ਼ੇਸ਼ ਥਾਨ ਤੱਕ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਸੰਗਤ ਦਾ ਤੇ ਆਪਣਾ ਡੇਰਾ ਕਰਵਾਇਆ ਹੈ। ਉੱਤਰ ਪਰੇ ਸਤਿਗੁਰ ਭਗਵਾਨ। ਗੁਰੂ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਅੱਜ ਇਸ ਦੇਸ਼ ਵਿੱਚ ਆਨ ਟਿਕੇ ਹਨ। ਰੁਚਰ ਪਰਯੰਕ ਪੀਠ ਪਰ ਬੈਠੇ। ਬਹੁਤ ਸੁੰਦਰ ਇੱਕ ਪਲੰਗ ਹੈ, ਮਹਾਰਾਜ ਕੀ ਸੇਵਾ ਵਿੱਚ ਸੰਗਤ ਨੇ ਹਾਜ਼ਰ ਕੀਤਾ। ਉਸ ਪਲੰਗ ਦੇ ਉੱਪਰ ਮਹਾਰਾਜ ਆ ਬਿਰਾਜੇ ਸਨ। ਤੈਂ ਕੇ ਸਿੱਖਗਨ ਹੋਏ ਇਕੱਠੇ। ਤੇ ਜਿਸ ਵਕਤ ਗੁਰਦੇਵ ਉਸ ਪਲੰਗ ਤੇ ਆ ਕਰਕੇ ਬੈਠੇ, ਫਿਰ ਜਿਤਨੇ ਵੀ ਸਿੱਖ ਹਨ ਉਸ ਦੇਸ਼ ਦੇ ਜਾਂ ਦੂਰ ਦੇਸ਼ ਨਗਰਾਂ ਦੇ, ਜਿੱਥੇ ਜਿੱਥੇ ਵੀ ਪਤਾ ਲੱਗਿਆ, ਸੋ ਸਭ ਜਲਦੀ ਹੀ ਇਕੱਤਰ ਹੋ ਗਏ ਮਹਾਰਾਜ ਕੇ ਦੀਦਾਰ ਪਾਉਣ ਦੇ ਲਈ। ਉਸ ਥਾਂ ਤੇ ਜਿਸ ਥਾਂ ਤੇ ਮਹਾਰਾਜ ਜੀਆਂ ਨੇ ਉਤਾਰੇ ਕੀਤੇ ਹਨ, ਉੱਥੇ ਸੰਗਤਾਂ ਦੇ ਇਕੱਠ ਹੋ ਗਏ ਹਨ। ਸਭ ਸੇਵਾ ਹਿਤ ਚੱਲ ਕਰ ਆਏ। ਸਭ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਸੇਵਾ ਦੇ ਲਈ ਸਭ ਚੱਲ ਕਰਕੇ ਆਏ ਹਨ। ਚਾਵਲ ਚੂਨ ਕਿਰਤਾਦਿਕ ਲਿਆਏ। ਤੇ ਇਸ ਦੇਸ਼ ਦੀਆਂ ਸੰਗਤਾਂ ਨੇ ਵੀ ਬੇਅੰਤ ਤਰ੍ਹਾਂ ਦੇ ਪਦਾਰਥ ਮਹਾਰਾਜ ਕੀ ਸੇਵਾ ਹਿਤ ਲੈ ਕੇ ਆਉਂਦੇ ਹਨ। ਕੋਈ ਚਾਵਲ ਲੈ ਕੇ ਆਇਆ, ਕੋਈ ਆਟਾ, ਕੋਈ ਦਾਲ, ਕੋਈ ਸੁੱਕੀ ਰਸਤਬਦ, ਘਿਓ ਆਦਿਕ। ਸੋ ਜਿਨ੍ਹਾਂ ਜਿਨ੍ਹਾਂ ਦੀ ਲੋੜ ਪੈਂਦੀ ਹੈ, ਅਕਸਰ ਜਿੱਥੇ ਸੰਗਤਾਂ ਦੇ ਇਕੱਠ ਨੇ ਗੁਰਮੁਖੋ, ਉੱਥੇ ਗੁਰੂ ਕੀ ਦੇਗ ਦੀ ਲੋੜ ਹੈ। ਗੁਰਮੁਖਾਂ ਨੇ, ਸੇਵਾ ਵਾਲਿਆਂ ਨੇ ਜੋ ਆਏ ਹਨ, ਉਹਨਾਂ ਲੰਗਰ ਪ੍ਰਸ਼ਾਦੇ ਛਕਣੇ ਹਨ। ਤੇ ਮਹਾਰਾਜ ਕੇ ਖੁੱਲੇ ਹੁਕਮ ਸਨ ਵੀ ਜਿੱਥੇ ਵੀ ਗੁਰੂ ਕੀ ਦੇਗ ਵਰਤੇਗੀ ਵੱਡੇ ਪੱਧਰ ਤੇ ਹੋਣਾ ਚਾਹੀਦਾ। ਸੋ ਸੰਗਤਾਂ ਭਾਰੀ ਰਸਤ ਲੈ ਕੇ ਆਉਂਦੀਆਂ ਤੇ ਫਿਰ ਉਸ ਤੋਂ ਬਾਅਦ ਸੰਧਿਆ ਵੇਲੇ ਗੁਰੂ ਕੇ ਸਿੱਖ ਰਸੋਈਏ ਦੇਗਾਂ ਤਿਆਰ ਕਰ ਲੈਂਦੇ। ਇਸ ਵੇਲੇ ਇਉਂ ਕਹਿ ਲਈਏ ਵੀ ਜਿੱਥੇ ਵੀ ਗਰੀਬ ਨਿਵਾਸ ਸਤਿਗੁਰੂ ਚਰਨ ਪਾਉਂਦੇ ਨੇ ਨਾ, ਉੱਥੇ ਮੰਗਲ ਲੱਗ ਜਾਂਦੇ ਨੇ। ਅੱਜ ਵੀ ਗੁਰਮੁਖੋ ਕਿਤੇ ਆਪ ਪੂਰਬ ਦੇਸ਼ ਵੱਲ ਜਾਓਗੇ ਨਾ, ਉਹਨਾਂ ਦੇਸ਼ਾਂ ਵਿੱਚ ਮਹਾਰਾਜ ਜੀ ਕੇ ਬਹੁਤ ਸਥਾਨ ਨੇ। ਉਹ ਗੁਰਦੁਆਰਿਆਂ ਨੂੰ ਵੈਸੇ ਸੰਗਤ ਦੇ ਹਿਸਾਬ ਨਾਲ ਬੁਲਾਉਂਦੇ ਨੇ। ਉਹਨਾਂ ਨੇ ਗੁਰਦੁਆਰੇ ਦਾ ਨਾਮ ਉਸ ਦੇਸ਼ ਵਿੱਚ ਸੰਗਤ ਹੈ, ਉਹ ਗੁਰੂ ਕੀ ਸੰਗਤ, ਵੱਡੀ ਸੰਗਤ, ਛੋਟੀ ਸੰਗਤ। ਸੋ ਉਹ ਸਾਰੇ ਸਥਾਨ ਮਹਾਰਾਜ ਜੀ ਕੇ ਅੱਜ ਵੀ ਆਬਾਦ ਨੇ। ਬੇਅੰਤ ਸਿੱਖ ਸੰਗਤਾਂ ਮਹਾਰਾਜ ਕੇ ਦਰਸ਼ਨ ਅੱਜ ਵੀ ਉਸੇ ਤਰ੍ਹਾਂ ਹੀ ਪਾਉਂਦੀਆਂ ਹਨ।
ਸੋ ਇੱਕ ਵੱਡੀ ਕਿਰਪਾ ਵਰਤ ਰਹੀ ਹੈ ਜੀ। ਤ੍ਰਿਣ ਦਾਨਾ ਕਰ ਬਹੁਤ ਬਟੇਰਾ। ਤੇ ਬਹੁਤ ਸਾਰੇ ਐਸੇ ਨੇ ਜਿਹੜੇ ਮਹਾਰਾਜ ਕੇ ਘੋੜਿਆਂ ਦੇ ਲਈ ਆਪਣੇ ਘਰੋਂ ਦਾਣਾ ਪੱਠਾ ਵੀ ਆਦਿਕ ਲੈ ਕੇ ਆਏ ਹਨ। ਬੰਦੇ ਚਰਨ ਕਮਲ ਕਰ ਜੋਰਾ। ਆ ਕੇ ਆਪਣੀ ਭੇਟਾ ਮਹਾਰਾਜ ਕੇ ਚਰਨਾਂ ਵਿੱਚ ਹਾਜ਼ਰ ਕੀਤੀ ਹੈ, ਨਾਲ ਹੱਥ ਜੋੜ ਕੇ ਮਹਾਰਾਜ ਜੀ ਕੇ ਚਰਨਾਂ ਅੰਦਰ ਨਮਸਕਾਰ ਕੀਤੀ, ਅਸੀਸ ਪਾਈ ਹੈ ਜੀ। ਕੁਸ਼ਲ ਪ੍ਰਸ਼ਨ ਸੰਗਤ ਪ੍ਰਾਪਤ ਕੀਨਾ। ਜਿਸ ਵਕਤ ਮਹਾਰਾਜ ਆਪਣੀਆਂ ਪਲੰਘਾਂ ਤੇ ਬੈਠੇ ਹਨ, ਸੰਗਤਾਂ ਇਕੱਤਰ ਹੋ ਗਈਆਂ। ਫਿਰ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਨੇ ਸਾਰੀ ਸੰਗਤ ਨੂੰ ਸਾਂਝਾ ਸਵਾਲ ਕੀਤਾ। ਸਾਰੀ ਸੰਗਤ ਨੂੰ ਇਹ ਪੁੱਛਿਆ। ਕੁਸ਼ਲ ਪ੍ਰਸ਼ਨ ਦਾ ਭਾਵ ਹੁੰਦਾ ਹੈ ਜਿਵੇਂ ਆਪਾਂ ਸੁੱਖ ਸਾਂਦ ਪੁੱਛਦੇ ਹਾਂ। ਮਹਾਰਾਜ ਕਹਿਣ ਲੱਗੇ ਕਿ ਭਾਈ ਸੁਣਾਓ, ਤੁਹਾਡੇ ਦੇਸ਼ ਵਿੱਚ, ਇਹਨਾਂ ਦੇਸ਼ਾਂ ਵਿੱਚ ਆਨੰਦ ਹੈ, ਮੌਜ ਹੈ, ਜਰਵਾਣੇ ਤੰਗ ਤਾਂ ਨਹੀਂ ਕਰਦੇ? ਕੋਈ ਹੋਰ ਆਰਥਿਕ ਕੋਈ ਦੁੱਖ ਤਕਲੀਫ ਕੋਈ ਕੁਝ ਵੀ ਹੋਵੇ ਦੱਸ ਦਿਓ, ਕਿਉਂਕਿ ਇਹ ਮਹਾਰਾਜ ਕੀ ਮੌਜ ਹੁੰਦੀ ਸੀ। ਗੁਰਮੁਖੋ ਇਤਿਹਾਸ ਵਿੱਚ ਕਈ ਵਾਰ ਇਹ ਬਾਤ ਆਈ ਹੈ। ਮਹਾਰਾਜ ਜਿੱਥੇ ਵੀ ਜਾਂਦੇ ਨਾ, ਭਾਵੇਂ ਕਿਸੇ ਵੀ ਅਵਤਾਰ, ਪਹਿਲੇ ਦੂਜੇ ਤੀਜੇ ਚੌਥੇ ਜਾਮੇ 'ਚ ਕਿਤੇ ਵੀ ਗਏ, ਸੰਗਤ ਵਿੱਚ ਜਦੋਂ ਵਿਰਾਜਦੇ ਸਨ ਤੇ ਅਕਸਰ ਪੁੱਛ ਲੈਂਦੇ ਸਨ। ਤੇ ਬਹੁਤਿਆਂ ਥਾਵਾਂ ਤੇ ਸੰਗਤਾਂ ਨੇ ਮਹਾਰਾਜ ਕੇ ਚਰਨਾਂ ਵਿੱਚ ਇਹ ਅਰਜ਼ਾਂ ਵੀ ਕੀਤੀਆਂ, ਮਹਾਰਾਜ ਸਾਡੇ ਦੇਸ਼ ਵਿੱਚ ਬਿਮਾਰੀ ਹੈ, ਇਹਦਾ ਨਿਵਾਰਨ ਕਰ ਦਿਓ। ਮਹਾਰਾਜ ਨੇ ਤਲਾਬ ਲਾ ਦਿੱਤੇ, ਇੱਥੇ ਇਸ਼ਨਾਨ ਕਰੋ, ਸਰੋਵਰ ਬਣਵਾ ਦਿੱਤੇ, ਅਰੋਗ ਹੋ ਜਾਓਗੇ। ਮਹਾਰਾਜ ਸਾਡੇ ਦੇਸ਼ ਵਿੱਚ ਪੀਣ ਯੋਗ ਪਾਣੀ ਨਹੀਂ ਹੈ, ਮਹਾਰਾਜ ਨੇ ਕਹਿ ਦਿੱਤਾ ਇਸ ਥਾਂ ਤੇ ਖੂਹ ਲਾਓ, ਪਾਣੀ ਮਿੱਠਾ ਨਿਕਲੇਗਾ। ਮਹਾਰਾਜ ਆਹ ਮੁਸੀਬਤ ਹੈ, ਮਹਾਰਾਜ ਕਹਿ ਦਿੰਦੇ ਸਨ ਵੀ ਚਲੋ ਗੁਰੂ ਕਿਰਪਾ ਕਰੇਗਾ, ਅੱਜ ਤੋਂ ਬਾਅਦ ਇਹ ਦਿੱਕਤ ਨਹੀਂ ਆਵੇ। ਸੋ ਇਸ ਵਿਧ ਮਹਾਰਾਜ ਪੁੱਛ ਲੈਂਦੇ ਸਨ, ਤੇ ਜੋ ਵੀ ਕਿਸੇ ਨੂੰ ਕੋਈ ਮੁਸ਼ਕਲ, ਕੋਈ ਦੁੱਖ, ਕੋਈ ਤਕਲੀਫ, ਉਹ ਸਭ ਦੱਸ ਦਿੰਦੇ ਸਨ। ਇੱਥੇ ਵੀ ਮਹਾਰਾਜ ਜਿਸ ਵਕਤ ਬੈਠੇ, ਗੁਰਦੇਵ ਨੇ ਸੰਗਤ ਦੇ ਵਿੱਚ ਸਾਂਝਾ ਸਵਾਲ ਕੀਤਾ ਕਿ ਭਾਈ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੋਵੇ, ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਵੇ, ਸਾਨੂੰ ਦੱਸ ਸਕਦਾ। ਜੇ ਆਨੰਦ ਮੌਜ ਹੈ ਤੇ ਤਾਂ ਵੀ ਤੁਹਾਡੇ ਉੱਪਰ ਸਾਡੀ ਅਤਿਅੰਤ ਖੁਸ਼ੀ ਹੈ ਜੀ। ਸੁਨ ਆਨੰਦ ਸਬਨ ਕਹਿ ਦੀਨਾ। ਤੇ ਜਿਸ ਵਕਤ ਮਹਾਰਾਜ ਕੇ ਮੁਖ ਤੋਂ ਇਹ ਸੁਣਿਆ, ਕੁਸ਼ਲ ਪ੍ਰਸ਼ਨ ਜਿਸ ਵਕਤ ਮਹਾਰਾਜ ਪੁੱਛ ਰਹੇ ਨੇ, ਫਿਰ ਸਭ ਨੇ ਕਿਹਾ ਮਹਾਰਾਜ ਆਪ ਜੀ ਕੀ ਕਿਰਪਾ ਵਰਸ ਰਹੀ ਹੈ। ਪਰਮਾਤਮਾ ਦੀ ਮਿਹਰ ਸਦਕਾ ਸਾਡੇ ਦੇਸ਼ ਵਿੱਚ ਆਨੰਦ ਬਣਿਆ ਹੋਇਆ। ਅਯੋਧਿਆ ਦੀ ਨਗਰੀ ਤੇ ਵੈਸੇ ਹੀ ਬੜੀ ਸੰਘਣੀ ਵਸਣ ਵਾਲੀ ਹੈ, ਤੇ ਉੱਥੇ ਸ਼ੁਰੂ ਤੋਂ ਹੀ ਰਾਮ ਜੀ ਦੀ ਜਨਮ ਭੂਮੀ ਹੋਣ ਕਰਕੇ ਬਹੁਤ ਕਿਰਪਾ ਵਰਸਦੀ ਹੈ। ਪਵਿੱਤਰ ਨਗਰੀ ਮੰਨਿਆ ਜਾਂਦਾ ਸੀ। ਵੱਡੇ ਵਪਾਰ ਹੁੰਦੇ ਸਨ, ਵੱਡੇ ਕਾਰੋਬਾਰ ਸਨ, ਵੱਡੇ ਧਨੀ ਮਨੁੱਖ ਵਸਦੇ ਸਨ। ਸੋ ਇਸ ਵਿਧ ਮਹਾਰਾਜ ਨੂੰ ਜਿਸ ਵਕਤ ਸੰਗਤ ਨੇ ਇਹ ਜਵਾਬ ਦਿੱਤਾ, ਆਨੰਦ ਇੱਥੇ ਆਨੰਦ ਹੈ ਜੀ। ਬੈਠੇ ਕੇਤਕ ਕਾਲ ਗੁਰ ਤੀਰ। ਇਸ ਵਿਧ ਕੁਝ ਸਮਾਂ ਸੰਗਤ ਮਹਾਰਾਜ ਕੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਜੁੜੀ ਹੈ ਜੀ। ਭਈ ਆਨ ਕਰ ਦੀਰਗ ਪੀੜ। ਤੇ ਕੁਝ ਹੀ ਪਲਾਂ ਦੇ ਅੰਦਰ ਮਹਾਰਾਜ ਕੇ ਚਰਨਾਂ ਦੇ ਵਿੱਚ ਸੰਗਤਾਂ ਦੇ ਭਾਰੀ ਇਕੱਠ ਹੋ ਗਿਆ। ਬਹੁਤ ਸਾਰੀਆਂ ਸੰਗਤਾਂ ਦਰਸ਼ਨ ਪਾਉਣ ਹਿਤ ਹਾਜ਼ਰ ਹੋ ਗਈਆਂ ਹਨ। ਹਰਕਤ ਸਭ ਦਰਸ਼ਨ ਕੋ ਕਰੈ। ਜਿਤਨੇ ਵੀ ਕੋਈ ਦਰਸ਼ਨ ਕਰਦੇ ਹਨ, ਦਰਸ਼ਨ ਕਰਕੇ ਪ੍ਰਸੰਨ। ਹਰਕਤ ਦਾ ਮਤਲਬ ਹੈ ਖੁਸ਼ ਹੋ ਜਾਣਾ, ਆਨੰਦ ਵਿੱਚ ਆ ਜਾਣਾ। ਇਸ ਵੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਹਨ। ਜਥਾ ਸ਼ਕਤ ਭੇਟਨ ਕੋ ਤਰੈ। ਜਥਾ ਸ਼ਕਤ ਜੋ ਜਿਤਨੀ ਕਿਸੇ ਦੀ ਕੋਈ ਸਮਰੱਥਾ ਹੈ, ਜੋ ਜਿਤਨੀ ਕਿਸੇ ਦੀ ਕੋਈ ਸ਼ਰਧਾ ਹੈ। ਜਿਵੇਂ ਕੋਈ ਅੰਨ ਲੈ ਆਇਆ, ਆਪਣੀ ਕਿਰਤ ਵਿਰਤ ਵਿੱਚੋਂ ਕੋਈ ਦਸਵੰਧ ਦੀ ਮਾਇਆ ਲੈ ਆਇਆ, ਕੋਈ ਘਰੋਂ ਵਸਤਰ ਲੈ ਆਇਆ, ਕੋਈ ਹੋਰ ਕੀਮਤੀ, ਕੋਈ ਘੋੜਿਆਂ ਲਈ ਦਾਣਾ ਪੱਠਾ ਲੈ, ਜੋ ਕਿਸੇ ਦੀ ਸਮਰੱਥਾ ਹੈ। ਭਾਵ ਗੁਰੂ ਘਰ ਵਿੱਚ ਜਿਹੜਾ ਦਾਨ ਹੈ ਨਾ, ਇਹਦੀ ਕੋਈ ਬੰਦਿਸ਼ ਨਹੀਂ ਹੈ। ਇੱਥੇ ਚਾਹਵੇ ਤੇ ਕੋਈ ਖਾਲੀ ਹੱਥ ਵੀ ਆ ਸਕਦਾ, ਚਾਹਵੇ ਤੇ ਕੋਈ ਲੱਖ ਟਕਾ ਲੈ ਕੇ ਆ ਸਕਦਾ, ਚਾਹਵੇ ਕੋਈ ਮਣ ਅਨਾਜ ਲੈ ਕੇ ਆ ਸਕਦਾ, ਚਾਹਵੇ ਕੋਈ ਲੰਗਰ ਦੀ ਰਸਤ। ਮਹਾਰਾਜ ਸਭ ਦਾ ਪ੍ਰਵਾਨ ਕਰਦੇ ਹਨ। ਸੋ ਆਪਣੀ ਆਪਣੀ ਭਾਵਨਾ ਅਨੁਸਾਰ ਜਥਾ ਸ਼ਕਤ ਸਭ ਕੋਈ ਆਪਣੀ ਭੇਟ ਲੈ ਕੇ ਮਹਾਰਾਜ ਕੇ ਚਰਨਾਂ ਵਿੱਚ ਹਾਜ਼ਰ ਹੋਏ ਹਨ। ਇਤਨੇ ਮੈਂ ਬਾਂਦਰ ਗਣ ਆਏ। ਇਤਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਸ ਕੁਝ ਬੰਦਰ, ਇਹ ਆਪਾਂ ਵੇਖਦੇ ਹਾਂ ਕਿ ਪਸ਼ੂ ਅਕਸਰ ਹੀ ਇੱਧਰ ਆਪਾਂ ਨੂੰ ਮਿਲ ਜਾਂਦਾ ਕਿਤੇ ਕਿਤੇ। ਸੋ ਉਹ ਵੀ ਕੁਝ ਉਸ ਸਥਾਨ ਤੇ ਮਹਾਰਾਜ ਕੇ ਨਜ਼ਰੀ ਪਏ ਹਨ। ਤਿਨ ਕੋ ਦੇਖ ਪ੍ਰਭੂ ਬਿਕਸਾਏ। ਤੇ ਮਹਾਰਾਜ ਨੇ ਵੇਖਿਆ ਵੀ ਇੱਕ ਵੱਡਾ ਟੋਲਾ ਹੈ ਇਹਨਾਂ ਦਾ। ਸੋ ਮਹਾਰਾਜ ਵੇਖ ਕੇ ਪ੍ਰਸੰਨ ਹੋਏ ਹਨ, ਖੁਸ਼ ਹੋਏ ਹਨ। ਨਿਕਟ ਹਿਰਬੇ ਹਿਤ ਤਮਾਸਾ। ਤੇ ਮਹਾਰਾਜ ਉੱਠ ਕਰਕੇ ਉਹਨਾਂ ਦੇ ਪਾਸ ਜਾਂਦੇ ਹਨ। ਨਿਕਟ ਹਿਰਬੇ ਦੇਖ ਤਮਾਸ਼ਾ, ਜਿਹੜਾ ਉਹ ਕੌਤਕ ਕਰਦੇ ਹਨ। ਕਿਉਂਕਿ ਇਹ ਮੰਨਿਆ ਜਾਂਦਾ, ਆਪਾਂ ਨੂੰ ਲਗਭਗ ਪਤਾ ਹੀ ਹੈ ਹੁਣ ਤਾਂ, ਵੀ ਬਾਂਦਰ ਬੜਾ ਚੰਚਲ ਇੱਕ ਜੀਵ ਹੈ, ਜਿਹਦੀ ਬਿਰਤੀ ਅੰਦਰ ਬੜੀ ਚੰਚਲਤਾ ਹੈ। ਉਹ ਬਹੁਤ ਟਪੂਸੀਆਂ ਲਾਉਂਦਾ, ਟੇਕੇ ਨਹੀਂ ਬੈਠ ਸਕਦਾ। ਸੋ ਕਈ ਤਰ੍ਹਾਂ ਦੇ ਤਮਾਸ਼ੇ ਕਰਦੇ ਹਨ। ਤੇ ਗੁਰੂ ਕੀ ਇੱਕ ਮੌਜ ਹੈ। ਗੁਰਦੇਵ ਜਦੋਂ
ਦਿਆਲੂ ਹੁੰਦੇ ਨੇ ਨਾ, ਤਰੁੱਠਦੇ ਨੇ, ਇਕੱਲਾ ਮਨੁੱਖ ਤੇ ਹੀ ਕਿਰਪਾ ਨਹੀਂ ਕਰਦੇ, ਪਤਾ ਨਹੀਂ ਕਿੰਨੇ ਜੀਵ ਜੰਤੂ, ਕਿੰਨੇ ਪਸ਼ੂ, ਇਹਨਾਂ ਤੇ ਵੀ ਬੜੀ ਨਜ਼ਰ ਹੋ ਜਾਂਦੀ ਹੈ। ਤੇ ਜਦੋਂ ਨਜ਼ਰ ਹੁੰਦੀ ਹੈ ਫਿਰ ਸਾਰਿਆਂ ਦਾ ਕਲਿਆਣ ਹੋ ਜਾਂਦਾ ਹੈ। ਮੌਜ ਹੈ ਮਹਾਰਾਜ ਜੀ ਕੀ ਜਿਸ ਪਾਸੇ ਵੱਲ ਹੋ ਗਈ, ਕਿਸੇ ਥਲ ਤੇ ਵੀ ਹੋ ਜਾਂਦੀ ਹੈ, ਕਿਤੇ ਜਲ ਤੇ ਵੀ ਹੋ ਜਾਂਦੀ ਹੈ, ਕਿਤੇ ਪਸ਼ੂਆਂ ਤੇ ਵੀ, ਕਿਤੇ ਮਨੁੱਖਾਂ ਤੇ ਵੀ ਵਰਤਦੀ ਹੈ। ਸੋ ਜਿਹੜਾ ਉਹ ਤਮਾਸ਼ਾ ਖੇਡ ਰਹੇ ਨੇ, ਭਾਵ ਚੰਚਲਤਾਈ ਦੇ ਵਿੱਚ ਉਹ ਟਪੂਸੀਆਂ ਲਾ ਰਹੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ। ਮਹਾਰਾਜ ਉਹਨਾਂ ਦੀ ਖੇਡ ਵੇਖਣ ਦੇ ਲਈ ਉੱਠ ਕਰਕੇ ਪਾਸ ਗਏ ਹਨ। ਚਨੇ ਗਿਰਾਵਤ ਪੇ ਤਿਨ ਪਾਸਾ। ਮਹਾਰਾਜ ਨੇ ਕੁਝ ਚਨੇ, ਭਾਵ ਬਾਂਦਰ ਜਿਹੜਾ ਹੈ ਉਹ ਛੋਲੇ ਨੂੰ ਬਹੁਤ ਖੁਸ਼ ਹੋ ਕਰਕੇ ਉਹ ਚਨਿਆਂ ਨੂੰ ਖਾਂਦਾ ਹੈ। ਸੋ ਮਹਾਰਾਜ ਨੇ ਕੁਝ ਚਨੇ ਮੰਗਵਾਏ ਤੇ ਆਪਣੇ ਹੱਥ ਨਾਲ ਉਹਨਾਂ ਦੇ ਪਾਸ ਪਾ ਦਿੱਤੇ ਹਨ। ਖੈਬੇ ਹੇਤ ਧਾਇ ਮਿਲ ਗਏ। ਹੁਣ ਬਾਂਦਰ ਇੱਕ ਐਸਾ ਚੰਚਲ ਜੀਵ ਹੈ ਜਿਹੜਾ ਕਹਿੰਦਾ ਜੋ ਕੁਝ ਮਿਲਿਆ ਉਹ ਮੈਨੂੰ ਮਿਲ ਜਾਏ। ਖਾਸ ਕਰਕੇ ਚਨੇ, ਬਾਂਦਰ ਬਹੁਤ ਜਲਦੀ ਇਹਨਾਂ ਨੂੰ ਫੜਦਾ। ਸੋ ਜਿਸ ਵਕਤ ਮਹਾਰਾਜ ਨੇ ਉਹਨਾਂ ਦੇ ਅੱਗੇ ਉਹ ਰੱਖੇ ਹਨ ਤੇ ਉਹ ਸਾਰੇ ਦੇ ਸਾਰੇ ਜਿਤਨੇ ਵੀ ਸਾਨੂੰ ਇੱਕੇ ਵਾਰ ਇਕੱਤਰ ਹੋ ਕਰਕੇ ਆਪਣੇ ਖਾਣ ਦੇ ਲਈ ਜ਼ੋਰ ਨਾਲ ਹਮਲਾ ਕਰਦੇ ਹਨ। ਕੋ ਆਪਸ ਮੈਂ ਲੜਤੇ ਪਏ। ਤੇ ਮਹਾਰਾਜ ਇਹ ਵੀ ਤਮਾਸ਼ਾ ਵੇਖ ਰਹੇ ਸਨ ਵੀ ਇਹ ਸਾਰੇ ਹੁਣ ਇਹ ਚਨਿਆਂ ਨੂੰ ਖਾਣ ਦੇ ਲਈ ਆਪਸ ਵਿੱਚ ਲੜ ਪਏ ਹਨ। ਸੋ ਇਹ ਕੌਤਕ ਹੈ, ਇਹਨੂੰ ਅਸੀਂ ਹੋਰ ਪਾਸੇ ਤੋਂ ਨਹੀਂ ਸੋਚਣਾ। ਅਸਲ ਵਿੱਚ ਮਹਾਰਾਜ ਇਹ ਵੀ ਵੇਖਦੇ ਹਨ ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਨੇ ਬਾਂਦਰ ਦੀ ਬਹੁਤ ਉਦਾਹਰਨ ਦਿੱਤੀ ਹੈ। ਖਾਸ ਕਰਕੇ ਜਦੋਂ ਕਿਸੇ ਮਨੁੱਖ ਦੇ ਅੰਦਰ ਦੀ ਬਿਰਤੀ ਲੋਭੀ ਹੋਈ ਤੇ ਭਗਤਾਂ ਤੇ ਗੁਰੂ ਸਾਹਿਬਾਨ ਜੀਆਂ ਨੇ ਮਨੁੱਖ ਦੀ ਤੁਲਨਾ ਬਾਂਦਰ ਨਾਲ ਕੀਤੀ ਹੋਈ ਹੈ। ਗੁਰਬਾਣੀ ਵਿੱਚ ਸ਼ਬਦ ਨੇ, ਜੋ ਕੁਪ ਕੇ ਕਰ ਮੁਸ਼ਟ ਚਨਨ ਕੀ ਲਬਦ ਨਾ ਤਿਆਗ ਦਿਓ, ਜੋ ਜੋ ਕਰਮ ਕੀਏ ਲਾਲਚ ਲਗ ਤੇ ਗ੍ਰਹਿ ਪਰਿਓ। ਸੋ ਇੱਕ ਲੋਭ ਨਾਲ ਮਨੁੱਖ ਦੀ ਤੁਲਨਾ ਕੀਤੀ ਤੇ ਉਹਦੇ ਵਿੱਚ ਫਿਰ ਇਸ ਪਸ਼ੂ ਨੂੰ ਮੁੱਖ ਦੇ ਪਹਿਲ ਦੇ ਆਧਾਰ ਤੇ ਅੱਗੇ ਰੱਖਿਆ ਕਿਉਂਕਿ ਇਹਦੇ ਵਿੱਚ ਲੋਭ ਹੈ, ਜਿੰਨਾ ਮਿਲਦਾ ਉਹਨੂੰ ਨਹੀਂ ਖਾਣਾ, ਜਿਹੜਾ ਸਾਹਮਣੇ ਪਿਆ ਉਹ ਸਾਰਾ ਪਹਿਲਾਂ ਆਪਣਾ ਹੋ ਜਾਏ। ਸੋ ਉਹ ਸਾਰੇ ਨੂੰ ਆਪਣੇ ਕਰਨ ਦੇ ਚੱਕਰਾਂ ਦੇ ਵਿੱਚ ਕਈ ਵਾਰ ਹੁੰਦਾ ਕੀ ਹੈ, ਬਿਲਕੁਲ ਹੀ ਗਵਾ ਲਈਦਾ ਹੈ, ਸਭ ਕੁਝ ਖਤਮ ਕਰ ਲਈਦਾ। ਜਿਸ ਵਕਤ ਤੇ ਸਾਰੇ ਦੇ ਸਾਰੇ ਬਾਂਦਰ ਮਹਾਰਾਜ ਦੇ ਉਹਨਾਂ ਰੱਖੇ ਹੋਏ ਚਨਿਆਂ ਦੇ ਉੱਪਰ ਟੁੱਟ ਕੇ ਪਏ ਹਨ ਤੇ ਹੋਇਆ ਕਿ ਹੱਥ ਕਿਸੇ ਦੇ ਵੀ ਨਹੀਂ ਲੱਗੇ, ਲੇਕਿਨ ਆਪਸ ਵਿੱਚ ਉਹਨਾਂ ਦਾ ਜਿਹੜਾ ਤਮਾਸ਼ਾ ਹੈ, ਲੜਾਈ ਹੈ, ਉਹ ਕੁਝ ਵਿਗੜ ਗਈ ਹੈ ਜੀ। ਤਬ ਸਤਿਗੁਰ ਗੁੜ ਕੋ ਮੰਗਵਾਏ। ਫਿਰ ਮਹਾਰਾਜ ਨੇ ਹੁਕਮ ਕੀਤਾ ਕਿ ਹੁਣ ਸਾਨੂੰ ਕੁਝ ਗੁੜ ਮੰਗਵਾ ਕੇ ਦਿੱਤਾ ਜਾਏ। ਵਿਖਨ ਲੜਾਈ ਦਿਓ ਤਰਾਏ। ਤੇ ਫਿਰ ਉਸੇ ਤਰ੍ਹਾਂ ਹੀ ਉਹ ਵੀ ਚਨਿਆਂ ਦੇ ਬਰਾਬਰ ਰੱਖ ਦਿੱਤਾ ਵੀ ਹੁਣ ਇਹਨਾਂ ਦੀ ਕੁਝ ਲੜਾਈ ਹੋਰ ਵੇਖਦੇ ਆ, ਕਿਉਂਕਿ ਇਹ ਵੀ ਕੌਤਕ ਨੇ। ਮੈਂ ਫਿਰ ਬੇਨਤੀ ਕਰਾਂਗਾ, ਇਹਦੇ ਵਿੱਚੋਂ ਵੀ ਸਾਨੂੰ ਬਹੁਤ ਗੂੜ ਰਮਜਾਂ ਮਿਲਦੀਆਂ ਨੇ ਜੇ ਟਿਕਾਈ ਨਾਲ ਵਿਚਾਰਾਂਗੇ ਤਾਂ। ਮਹਾਰਾਜ ਨੇ ਉਹ ਜਿਹੜਾ ਗੁੜ ਹੈ ਉਹ ਵੀ ਉਸੇ ਤਰ੍ਹਾਂ ਹੀ ਉਹਨਾਂ ਬਾਂਦਰਾਂ ਦੇ ਸਨਮੁਖ ਰੱਖ ਦਿੱਤਾ ਹੈ ਜੀ। ਤਬ ਕਪ ਕੂਦ ਪਰੇ ਬਲਵੰਤੇ। ਹੁਣ ਜਿਹੜੇ ਪਹਿਲੇ ਉਹਨਾਂ ਚਨਿਆਂ ਦੇ ਲਈ ਲੜ ਰਹੇ ਸਨ ਉਹ ਉਹਨਾਂ ਨੂੰ ਛੱਡ ਕਰਕੇ ਤੇ ਇਸ ਪਾਸੇ ਕੁੱਦ ਪਏ ਹਨ। ਇਕ ਕਾਟਤ ਇਕ ਭਾਜ ਚਲੰਤੇ। ਤੇ ਜਿਸ ਵਕਤ ਉਸ ਥਾਂ ਤੇ ਨਜ਼ਦੀਕ ਆਏ ਜਿੱਥੇ ਗੁੜ ਰੱਖਿਆ ਗਿਆ ਹੈ, ਉੱਥੇ ਵੀ ਫਿਰ ਇਹੀ ਜੰਗ ਛਿੜ ਪਈ। ਛਕਣ ਦੀ ਬਜਾਏ ਜਾਂ ਮਿਲ ਕੇ ਖਾਣ ਦੀ ਬਜਾਏ ਆਪਸ ਵਿੱਚ ਇਤਨੀ ਮਾਰਕਟ ਹੋਈ ਵੀ ਕਈਆਂ ਨੇ ਇੱਕ ਤੇ ਦੂਜੇ ਨੇ ਬਾਂਦਰਾਂ ਨੇ ਆਪਸ ਵਿੱਚ ਲੜਾਈ ਕਰਕੇ ਕਈਆਂ ਨੂੰ ਫੱਟੜ ਕਰ ਦਿੱਤਾ, ਘਾਇਲ ਕਰ ਦਿੱਤਾ। ਸੋ ਇਸ ਵਿਧ ਮਹਾਰਾਜ ਇਹ ਸਭ ਕੁਝ ਇਹ ਕੌਤਕ ਅੱਖੀ ਵੇਖ ਰਹੇ ਹਨ। ਇੱਕ ਚੀਕਤ ਬੜ ਸ਼ਬਦ ਉਠਾਵੈ। ਤੇ ਉਹ ਆਪਣੀ ਜ਼ੁਬਾਨ ਵਿੱਚ ਜਿਵੇਂ ਬੋਲਦੇ ਹਨ ਉਹ ਸ਼ਬਦ ਜੜੇ ਹਨ, ਚੀਕਦੇ ਹਨ ਜੀ। ਇੱਕ ਲਲ ਪਲੇ ਛੀਨ ਇੱਕ ਖਾਵੈ। ਕੋਈ ਲੜ ਪਿਆ ਹੈ, ਕੋਈ ਕਿਸੇ ਦਾ ਖੋ ਕੇ ਖਾ ਰਿਹਾ ਹੈ, ਕੋਈ ਇਸ ਵਿਧ ਇੱਕ ਅਜਬ ਜਿਹਾ ਤਮਾਸ਼ਾ ਮਹਾਰਾਜ ਜੀਆਂ ਨੇ ਵੇਖਦਿਆਂ ਹੀ ਉਹ ਸਭ ਖੇਡ ਜਿਹੜੀ ਹੈ ਉਹ ਰਚ ਦਿੱਤੀ ਹੈ। ਦੰਦ ਨਖਨ ਕੇ ਕਰੈ ਪ੍ਰਹਾਰਾ। ਤੇ ਕਈਆਂ ਨੇ ਉਸ ਪਦਾਰਥ ਨੂੰ ਪਾਉਣ ਦੇ ਲਈ ਆਪਸ ਵਿੱਚ ਵਿਰੋਧਤਾ ਕਰ ਲਈ, ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਤੇ ਇੱਥੋਂ ਤੱਕ ਵੀ ਕਈਆਂ ਦੇ ਉੱਪਰ ਦੰਦਾਂ ਨਾਲ ਜਾਂ ਆਪਣੇ ਨਾਖੂਨਾਂ ਨਾਲ ਆਪਣੇ ਹੀ ਬੰਦਿਆਂ ਦੇ, ਆਪਣੇ ਹੀ ਬਾਂਦਰਾਂ ਦੇ ਉੱਪਰ ਪ੍ਰਹਾਰ ਕਰ ਦਿੱਤੇ ਹਨ। ਨਿਕਸਿਓ ਸ੍ਰੋਨਿਤ ਕਿਸ ਤਨ ਫਾਰਾ। ਤੇ ਵੇਖਦਿਆਂ ਵੇਖਦਿਆਂ ਉਹਨਾਂ ਵਿੱਚੋਂ ਕੁਝ ਲਹੂ ਲੁਹਾਨ ਵੀ ਹੋ ਗਿਆ, ਕਈਆਂ ਦੇ ਪਿੰਡੇ ਤੋਂ, ਕਈਆਂ ਦੇ ਮੁਖ ਤੋਂ ਖੂਨ ਆਉਣਾ ਸ਼ੁਰੂ ਹੋ ਗਿਆ। ਸੋ ਮਹਾਰਾਜ ਕਾ ਹੀ ਇੱਕ ਆਪਣਾ ਕੌਤਕ ਹੈ। ਵੈਸੇ ਤੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਤੇ ਦ੍ਰਿਸ਼ਟੀ ਮਹਾਰਾਜ ਕੀ ਪੈ ਗਈ ਉਹ ਮੁਕਤ ਹੋ ਗਏ ਹੋਣਗੇ, ਲੇਕਿਨ ਮਹਾਰਾਜ ਨੇ ਨਾ ਇਹ ਕੌਤਕ ਕਰਕੇ ਫਿਰ ਸੰਗਤ ਨੂੰ ਬਹੁਤ ਅਗੰਮੀ ਗਿਆਨ ਦਿੱਤਾ। ਸੰਤੋਖ ਦੇ ਸਬੰਧ ਅੰਦਰ, ਲੋਭ ਦੇ ਸਬੰਧ ਅੰਦਰ, ਪਸ਼ੂਆਂ ਦੇ ਕੌਤਕ ਵਿਖਾ ਕਰਕੇ ਤੇ ਮਨੁੱਖ ਨੂੰ ਸਮਝਾਇਆ। ਤੇ ਬਾਣੀ ਵਿੱਚ ਵੀ ਮਹਾਰਾਜ ਨੇ ਸਾਨੂੰ ਇਹ ਬਾਤਾਂ ਕਹੀਆਂ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਸੋ ਇਸ ਵੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੋ ਆਪਣੀ ਮੌਜ ਵਿੱਚ ਅਨੇਕਾਂ ਹੀ ਕੌਤਕ ਵਰਤਾਉਂਦੇ ਹੋਏ ਜਗਤ ਦੇ ਤਮਾਸ਼ੇ ਨੂੰ ਤੱਕਦੇ ਨੇ।
ਤੇ ਆਪ ਇੱਧਰ ਪੰਜਾਬ ਦੇਸ਼ ਆ ਰਹੇ ਨੇ, ਕਿਉਂਕਿ ਮਹਾਰਾਜ ਕੀ ਬਾਣੀ ਵਿੱਚ ਵੀ ਇਹ ਬੋਲ ਨੇ, ਗੁਰਮੁਖੋ ਮੈਂ ਹਾਂ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਤੇ ਸੱਚਮੁੱਚ ਕੀ ਬੰਦਾ ਤੇ ਕੀ ਜਾਨਵਰ, ਗੁਰੂ ਤੋਂ ਬਿਨਾਂ ਸਾਡੀ ਸਾਰਿਆਂ ਦੀ ਜੂਨ ਇੱਕ ਹੀ ਮੰਨੀ ਜਾ ਸਕਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਬੰਦੇ ਦੀ ਵੀ ਜਿਹੜੀ ਕਰਤੂਤ ਹੈ ਉਹ ਪਸ਼ੂਆਂ ਵਾਤੀ ਹੁੰਦੀ ਹੈ। ਸੋ ਇਸ ਵਿਧ ਮਹਾਰਾਜ ਜੀਆਂ ਨੇ ਅਗੰਮੀ ਗਿਆਨ ਬਖਸ਼ਿਆ, ਸੰਗਤ ਦੇ ਭਲੇ ਹਿੱਤ ਉਪਦੇਸ਼ ਦਿੱਤਾ, ਬੇਅੰਤ ਦਾਨ ਬਖਸ਼ਿਸ਼ ਕੀਤੇ। ਫਿਰ ਇਸ ਤੋਂ ਅੱਗੇ ਹੋਰ ਅਗਲੇ ਦੇਸ਼ਾਂ ਲਈ ਇੱਧਰ ਹਰਿਦੁਆਰ ਹੋਰ ਥਾਵਾਂ ਤੇ ਮਹਾਰਾਜ ਆਪਣੇ ਮੁਬਾਰਕ ਚਰਨ ਪਾਉਂਦੇ ਹੋਏ ਪੰਜਾਬ ਦੇਸ਼ ਆਉਂਦੇ ਨੇ, ਜਿਸ ਵਿਧ ਮਹਾਰਾਜ ਇੱਧਰ ਆ ਰਹੇ ਨੇ। ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਇਤਿਹਾਸ ਅੰਕਿਤ ਕੀਤੇ ਨੇ, ਯਤਨ ਕਰਾਂਗੇ ਅਗਲਿਆਂ ਦੀਵਾਨਾਂ ਵਿੱਚ ਵਿਸਥਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਰੀ ਵਿਥਿਆ ਸਾਂਝੀ ਕਰਨ ਦਾ ਜੀ। ਅੱਜ ਇਤਨੀਆਂ ਹੀ ਬਿਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤੇ ਹੀ ਸਮਾਪਤੀ ਹੈ ਜੀ। ਦੰਦ ਨਖਨ ਤੇ ਕਰੇ ਪ੍ਰਹਾਰਾ, ਨਿਕਸ਼ੋ ਸ਼੍ਰੋਨਿਤ ਕਿਸ ਤਨ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।